निर्वैर अकाल मूरत अजूनी सैभं गुर प्रसाद। तेरे कवन कवन गुण कह कहे गावा। तू साहिब गुणी निधाना। तुमरी महिमा वर्ण ना साकूं। तू ठाकुर ऊच भगवाना। सज्जन सच्चा पातशाह सिर शाहां दे शाह। जिस पास बैठिया सोही है सबना दा वेसाह। सतनाम वाहिगुरु साहिब जियो। सूही महला पंजवा। कवन काज माया वडियाई। जाको बिन सत बार न काई। कवन काज माया वडियाई। जाको बिन सत बार न काई। एह सुपना सोवत नहीं जाने। अचेत विवस्था मह लपटाने। रहा महामोह मोह्यो गावारा। पेखत पेखत ऊठ सिधारा। ऊंच ते ऊंच ताका दरबारा। कही जंत बिनाहे उपारा। दूसर हुआ ना को होई। जप नानक प्रभ एको सोई। दूसर हुआ ना कोई। जप नानक प्रभ एको सोई। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार बख्शिश मेहरामत मनुखी जीवन के सफ़र विच असी अज दा एक होर समुचा दिन मानण दा इस शुभ अवसर सुभाग प्राप्त किया है। शाम के समय का दीवान गुरुद्वारा साहब में चल रहा है। रहरास साहब जी के पाठ तो उपरंत अजे हुणे कीर्तन हो रहा सी। कीर्तन का समापन होया है। वक्त बनया गुरु शब्द की व्याख्या नाल सांझ पाउण दा। जिस गोचरे सूही राग विचार रहे हाँ। महला पंजवा गुरु अर्जन पातशाह द्वारा उचरित किए गए ये शब्द सानू प्राप्त ने।
ਆਪ ਜੀ ਨੇ ਜੇ ਹੁਣੇ ਅਗਲੇਰੇ ਸ਼ਬਦ ਦਾ ਪਾਠ ਸਰਵਨ ਕੀਤਾ ਹੈ। ਵਿਚਾਰ ਪ੍ਰਾਰੰਭ ਕਰਦੇ ਹਾਂ ਮੁੱਖ ਸੁਨੇਹੇ ਤੋਂ, ਜਿਹਦੇ 'ਚ ਮੇਨ ਆਈਡੀਆ ਹੈ ਇਸ ਪੂਰੇ ਸ਼ਬਦ ਦਾ। ਗੁਰਦੇਵ ਮਿਹਰਾਮਤ ਕਰਦੇ ਇਸ ਪਾਵਨ ਰਹਾਉ ਦੇ ਪਦੇ ਦੇ ਵਿੱਚ, ਇਹ ਸੁਪਨਾ ਸੋਵਤ ਨਹੀਂ ਜਾਣੈ, ਅਚੇਤ ਵਿਵਸਥਾ ਮਹਿ ਲਪਟਾਨੈ ਰਹਾਉ। ਇਹ ਸੁਪਨਾ ਸੋਵਤ ਨਹੀਂ ਜਾਣੈ। ਆ ਜਿਹੜਾ ਸਾਰਾ ਜਹਾਨ ਆ, ਜਿਸ ਅਸੀਂ ਕਾਇਨਾਤ ਤੇ ਕਾਇਨਾਤ ਦੇ ਵਿੱਚ ਮਨੁੱਖੀ ਜਿਹੜਾ ਸੰਸਾਰ ਬਣਾਇਆ, ਅਸੀਂ ਇਹਦੇ 'ਚ ਰਹਿ ਰਹੇ ਹਾਂ। ਇਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅਕਸਰ ਵੱਖਰੇ ਵੱਖਰੇ ਮੈਟਾਫੋਰਸ, ਵੱਖਰੀਆਂ ਵੱਖਰੀਆਂ ਐਗਜ਼ਾਮਪਲਸ, ਵੱਖਰੇ ਵੱਖਰੇ ਉਦਾਹਰਨਾਂ ਯੂਜ਼ ਕਰ ਕਰਕੇ ਸਾਨੂੰ ਚੀਜ਼ਾਂ ਸਮਝਾਈਆਂ ਨੇ। ਇਹ ਗੱਲ ਤਾਂ ਬੜੀ ਸਪਸ਼ਟ ਆ ਕਿ ਗੁਰਮਤ ਸਕੂਲ ਦੇ ਵਿੱਚ ਜਿਵੇਂ ਗੁਰੂ ਮਹਾਰਾਜ, ਜਦੋਂ ਅਸੀਂ ਉਹਨਾਂ ਦਾ ਅਸੀਂ ਜੀਵਨ ਯਾਪਨ ਪੜ੍ਹਦੇ ਹਾਂ, ਅਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਪਹਾੜਾਂ ਦੇ ਸ਼ਿਵਾਲਿਕ ਦੇ ਇਲਾਕੇ ਦੇ ਵਿੱਚ, ਖਾਸ ਕਰਕੇ ਕੀਰਤਪੁਰ ਸਾਹਿਬ ਦੀ ਸਥਾਪਤੀ ਦੇ ਸਮੇਂ ਸੀਗੇ, ਅਤੇ ਇੱਥੇ ਜਦੋਂ ਵੱਖਰੇ ਵੱਖਰੇ ਲੋਕ ਮਿਲਦੇ ਨੇ, ਇੱਕ ਇਹਨਾਂ ਨੂੰ ਇੱਥੇ ਇੱਕ ਉਸ ਸਮੇਂ ਭਗਤੀ ਪਰੰਪਰਾ ਦੇ ਵਿੱਚ ਇੱਕ ਭਗਤ ਵੀ ਮਿਲਦਾ ਹੈ, ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦਾ ਆ ਅਤੇ ਵੇਖ ਕੇ ਬੜਾ ਹੈਰਾਨ ਹੁੰਦਾ ਆ। ਗੁਰੂ ਹਰਗੋਬਿੰਦ ਸਾਹਿਬ ਘੋੜੇ 'ਤੇ ਸਵਾਰ ਨੇ, ਬੜੇ ਵਧੀਆ ਜਿਹੜਾ ਹੈਗਾ ਬਸਤਰ ਪਾਏ ਨੇ, ਸਿਰ ਦੇ ਉੱਤੇ ਦਸਤਾਰ ਸੱਜ ਰਹੀ ਹੈ, ਨਾਲ ਸ਼ਸਤਰਧਾਰੀ ਸਿੱਖ ਨੇ। ਫਿਰ ਪਤਾ ਲੱਗਦਾ ਗੁਰੂ ਕੇ ਮਹਿਲ ਵੀ ਨਾਲ ਨੇ, ਆਰ ਪਰਿਵਾਰ ਨਾਲ, ਸਭ ਇਸ ਤਰੀਕੇ ਨਾਲ ਸਭ। ਉਹ ਦੇਖ ਕੇ ਬੜਾ ਹੈਰਾਨ ਹੁੰਦਾ ਹੈ, ਅਤੇ ਹੈਰਾਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਪੁੱਛਦਾ ਆ ਕਿ ਤੁਸੀਂ ਨਾਨਕ ਦੇ ਜਾਨਸ਼ੀਨ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬਿਰਾਜਤ ਤੋਂ ਭਾਵ ਉਸੇ ਜੋਤ ਨੂੰ ਕੈਰੀ ਕਰਦੇ ਹੋ ਅੱਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਹਾਂ ਇਹ ਗੁਰੂ ਨਾਨਕ ਦਾ ਘਰ ਆ, ਜਿਹਦੀ ਹੁਣ ਮੈਨੂੰ ਜਿਹੜਾ ਹੈਗਾ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ। ਸੋ ਇਹ ਬਾਤ ਹੁੰਦੀ ਹੈ, ਠੀਕ ਹੈ ਜੀ। ਪਰ ਉਹ ਫਿਰ ਕਹਿੰਦਾ ਹੈ ਕਿ ਗੁਰੂ ਨਾਨਕ ਦੇ ਨੇ ਉਹਨਾਂ 'ਤੇ ਮਾਇਆ ਤਿਆਗੀ ਸੀ। ਡੈਫੀਨੇਟਲੀ ਉਹਨੇ ਸੁਣਿਆ ਹੋਣਾ ਗੁਰੂ ਸਾਹਿਬ ਦੀਆਂ ਉਦਾਸੀਆਂ ਬਾਰੇ, ਸਭ ਚੀਜ਼ਾਂ ਬਾਰੇ, ਪਿਓ ਤੇ ਉਪਰਾਮ ਸੀ, ਉਦਾਸ ਹੋ ਗਏ ਸੀ ਸੰਸਾਰ ਤੋਂ, ਸਭ ਚੀਜ਼ ਇਸ ਤਰੀਕੇ ਦੇ ਨਾਲ। ਅਤੇ ਇਹ ਸਾਰਾ ਤਾਮ ਝਾਮ ਤੁਸੀਂ ਨਾਲ ਲਈ ਫਿਰਦੇ ਹੋ ਆ, ਅਤੇ ਠੀਕ ਮਤਲਬ ਇਹ ਤਾਂ ਪਿਕਚਰ ਮੈਚ ਨਹੀਂ ਕਰਦੀ, ਮਿਸਮੈਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਬਾਤ ਬਣ ਨਹੀਂ ਰਹੀ। ਗੁਰੂ ਹਰਗੋਬਿੰਦ ਸਾਹਿਬ ਹੱਸ ਪਏ, ਹੱਸ ਕੇ ਕਹਿਣ ਲੱਗੇ, ਤੇਰਾ ਸਵਾਲ ਵਾਜਬ ਆ। ਗੁਰੂ ਨਾਨਕ ਸਾਹਿਬ ਮਾਇਆ ਤਿਆਗੀ ਥੇ, ਸੰਸਾਰ ਨਹੀਂ ਤਿਆਗਾ ਥਾ। ਹੁਣ ਇਹਨੂੰ ਸਮਝੋ ਇਸ ਚੀਜ਼ ਨੂੰ। ਮਾਇਆ ਦਾ ਤਿਆਗ ਅਤੇ ਸੰਸਾਰ ਦਾ ਤਿਆਗ ਦੋ ਡਿਫਰੈਂਟ ਚੀਜ਼ਾਂ ਨੇ। ਇਸ ਤਰੀਕੇ ਦੇ ਨਾਲ ਜੇ ਇਹ ਜਗਤ ਅਸੀਂ ਉਸ ਤਰੀਕੇ ਨਾਲ ਵੇਖਦੇ ਹਾਂ, when people try to explain this world in the way that this world is just fake, just ਜਿਹਨੂੰ ਕਿਹਾ ਜਾਏ ਕਿ ਇਹ ਤਾਂ ਸੰਸਾਰ ਜਿਹੜਾ ਹੈਗਾ ਇਹ ਨਾਸ਼ਮੰਤ ਆ, ਇਹ ਤਾਂ ਖ਼ਤਮ ਹੋ ਜਾਣਾ ਆ, ਇਹ ਥੋੜ੍ਹ ਚਿਰਾ ਆ, ਇੱਥੇ ਤਾਂ ਅਸੀਂ ਜਿਹੜਾ ਹੈਗਾ ਵਕਤੀ ਤੌਰ 'ਤੇ ਆਏ ਹਾਂ। ਜਦੋਂ ਇਹੋ ਜਿਹੀ ਬਾਤ ਹੁੰਦੀ ਹੈ ਤਾਂ ਨੈਕਸਟ ਸਟੈਪ ਇਹ ਆਉਂਦਾ ਹੈਗਾ, ਅੱਛਾ ਅਤੇ ਦੈਨ ਐਕਚੁਅਲੀ ਇਸ ਸੰਸਾਰ ਨੂੰ ਫਿਰ ਛੱਡ ਦੇਣਾ ਚਾਹੀਦਾ। ਲੈਟਸ ਰਿਨਾਊਂਸ ਦਿਸ ਵਰਲਡ ਐਜ਼ ਸੂਨ ਪੋਸੀਬਲ, ਐਜ਼ ਐਕਚੁਅਲੀ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਅਸੀਂ ਰਿਨਾਊਂਸ ਕਰ ਦਈਏ। ਗੁਰਮਤ ਨੇ ਇਹ ਨਾ ਸਿਖਾਇਆ। ਗੁਰਮਤ ਨੇ ਕਿਹਾ ਰਹਿ ਇਹਦੇ ਵਿੱਚ ਸੰਸਾਰ ਮਾਣ ਜੀ ਹੰਢਾ, ਪਰ ਚੇਤੇ ਰੱਖੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਮਾਣਦਿਆਂ ਹੰਢਾਉਂਦਿਆਂ ਹੋਇਆਂ ਵੀ ਤੂੰ ਆਪਣੇ ਇਸ ਸੰਸਾਰ ਤੋਂ ਇੱਕ ਡਿਟੈਚਮੈਂਟ ਬਣਾਉਣੀ ਹੈ। ਹੁਣ ਜਿਹੜੀ ਇਹ ਬਾਤ ਆ, ਇਹ ਹੈ ਮਾਇਆ ਤਿਆਗੀ ਥੀ, ਸੰਸਾਰ ਨਹੀਂ ਤਿਆਗਾ ਥਾ। ਹੁਣ ਸੰਸਾਰ ਦੇ ਵਿੱਚ ਤੇ ਰਿਸਪੋਂਸੀਬਿਲਿਟੀਜ਼ ਨੇ, ਡਿਊਟੀਜ਼ ਨੇ। ਗੁਰੂ ਸਾਹਿਬ ਦੇ ਸ਼ਬਦਾਂ ਨੂੰ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਹੁੰਦਾ ਆ ਕਈ ਵਾਰ
ਦੇਸ ਛੋੜ ਪਰਦੇਸੈ ਤਾਇਆ। ਬੰਦਾ ਜਿਹੜਾ ਹੈਗਾ ਦੇਸ ਛੱਡ ਦਿੰਦਾ, ਘਰ ਛੱਡ ਦਿੰਦਾ, ਦੂਰ ਚਲਾ ਜਾਂਦਾ ਕਿ ਮੈਂ ਸੰਸਾਰ ਰਿਨਾਊਂਸ ਕਰਤਾ, ਤਿਆਗ ਦਿੱਤਾ। ਸ਼ਬਦ ਹੁੰਦਾ ਸ਼ੁਰੂ, ਪੂਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਪੂਰ ਤਾਪ, ਪੁੱਠੇ ਲਟਕ ਲਟਕ ਕੇ ਤਪ ਕਰਨਾ। ਮਤਲਬ ਹੁਣ ਸਪੋਜ਼ ਕਰੋ ਘਰਾਂ ਥਾਵਾਂ 'ਤੇ ਹੋ, ਹੁਣ ਸਵੇਰੇ ਉੱਠਦੇ ਹੋ, ਬਹੁਤ ਸਾਰੀ ਐਨਰਜੀ ਹੁੰਦੀ ਹੈ, ਉਸ ਐਨਰਜੀ ਨੂੰ ਕਿਤੇ ਨਾ ਕਿਤੇ ਯੂਜ਼ ਕਰੋਗੇ। ਕਿਹਦੇ ਵਾਸਤੇ ਯੂਜ਼ ਕਰੋਗੇ? ਘਰ, ਜੇ ਸਪੋਜ਼ ਕਰੋ ਕੋਵਿਡ-19 ਦੇ ਕਰਕੇ ਜੋਬਸ ਉਵੇਂ ਨਹੀਂ ਚੱਲ ਰਹੀਆਂ, ਤੁਹਾਡੀ ਜੋਬ ਜਿਹੜੀ ਸੀਗੀ ਪਹਿਲਾਂ ਆਫਿਸ ਜਾਣ ਦੀ ਸੀ, ਕਿਤੇ ਉਸ ਲੈਵਲ 'ਤੇ ਸੀ, ਹੁਣ ਆਫਿਸ ਨਹੀਂ ਜਾ ਪਾ ਰਹੇ ਜਾਂ ਕੋਈ ਉਸ ਕਿਸਮ ਦਾ ਕੰਮ ਨਹੀਂ ਹੈਗਾ, ਪਰ ਘਰ ਬੈਠੇ ਹੋ, ਘਰ ਬੈਠੇ ਵੀ ਕੀ ਕਰੋਗੇ? ਕੁਛ ਨਾ ਕੁਛ ਤਾਂ ਕਰੋਗੇ ਨਾ, ਹੋਰ ਕੁਛ ਨਹੀਂ ਕਰੋਗੇ, ਘਰ ਦਾ ਕੰਮ ਕਰੋਗੇ, ਸਫਾਈ ਕਰੋਗੇ, ਬੱਚਿਆਂ ਨੂੰ ਸੰਭਾਲੋਗੇ, ਕਿਤੇ ਥੋੜ੍ਹੀ ਗਾਰਡਨਿੰਗ ਕਰੋਗੇ, ਜੇ ਹੋਰ ਕੁਝ ਨਹੀਂ। ਅੱਜ ਕੱਲ੍ਹ ਅਵੇਲੇਬਿਲਿਟੀ ਹੈਗੀ ਹੈ, ਟੈਕਨੋਲੋਜੀ ਨਾਲ ਪਲੇ ਕਰੋਗੇ, ਸਰਫਿੰਗ ਕਰੋਗੇ, ਕੁਛ ਆਲੇ ਦੁਆਲੇ ਕੁਝ ਪੜ੍ਹੋਗੇ। ਐਕਚੁਅਲੀ ਐਜ਼ ਅ ਹਿਊਮਨ ਬੀਇੰਗ we want to invest our time somewhere। ਅਸੀਂ ਆਪਣਾ ਸਮਾਂ ਕਿਤੇ ਨਾ ਕਿਤੇ ਲਗਾਉਣਾ ਚਾਹੁੰਦੇ ਹਾਂ। ਜ਼ਿੰਦਗੀ ਇਹੀ ਐਨਰਜੀ ਹੈ ਨਾ, ਐਨਰਜੀ ਨੂੰ ਤੁਸੀਂ ਕਿਤੇ ਨਾ ਕਿਤੇ ਕੰਟਰੀਬਿਊਟ ਕਰਨਾ ਉਸ ਤਰੀਕੇ ਦੇ ਨਾਲ। ਹੁਣ ਉਹ ਜਿਹੜੀ ਚੀਜ਼ ਆ, ਜੇ ਬੰਦਾ ਸੰਸਾਰ ਛੱਡ ਗਿਆ, ਘਰ ਨਹੀਂ ਬਣਾਇਆ, ਧੀਆਂ ਪੁੱਤ ਨਹੀਂ ਪਾਲੇ, ਕੰਮਕਾਰ ਸਭ ਧੰਦੇ ਛੱਡ ਦਿੱਤੇ, ਟਾਈਮ ਕਿੱਥੇ ਇਨਵੈਸਟ ਕਰੇਗਾ? ਟਾਈਮ ਕਰੇਗਾ ਪੂਰ ਤਾਪ, ਪੁੱਠੇ ਲਟਕ ਕੇ ਭਗਤੀ ਕਰੇਗਾ। ਜੇ ਕਿਤੇ ਜਲ ਧਾਰਾਵਾਂ ਕਰੇਗਾ, ਇਹੋ ਜਿਹੀਆਂ ਚੀਜ਼ਾਂ ਕਰੇਗਾ, ਪਹਾੜਾਂ 'ਤੇ ਚੜ੍ਹ ਜਾਏਗਾ, ਭ੍ਰਮਣ ਕਰੇਗਾ, ਤੀਰਥਾਂ 'ਤੇ ਭਟਕੇਗਾ, ਇਹ ਸਭ ਚੀਜ਼ਾਂ ਇਸ ਰੂਪ, ਸਾਰੇ ਰੂਪ ਦੇ ਵਿੱਚ, ਫਿਰ ਇਹੀ ਜ਼ਿੰਦਗੀ ਦਾ ਕਾਰਜ ਬਣ ਜਾਏਗਾ। ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ ਨਾ ਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਦੇ ਵਿੱਚ, ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਉੱਥੇ ਅਵਰ ਕਾਜ ਸੰਸਾਰਕ ਕਾਜ ਦੀ ਗੱਲ ਨਹੀਂ ਹੋ ਰਹੀ, ਬੱਚੇ ਪਾਲਣ ਦੀ, ਕੰਮਕਾਰ ਕਰਨ ਦੀ, ਤੇ ਗੁਰੂ ਸਾਹਿਬ ਆਪ ਕਰਦੇ ਰਹੇ। ਜੇ ਅਵਰ ਕਾਜ ਸਾਡੇ ਕਿਸੇ ਕੰਮ ਨਹੀਂ, ਤੇ ਫਿਰ ਗੁਰੂ ਸਾਹਿਬ ਨੂੰ ਪੁੱਛੇ, ਤੇ ਗੁਰੂ ਸਾਹਿਬ ਤੁਸੀਂ ਲਾੜਾ ਬਣ ਕੇ ਬਰਾਤ ਲੈ ਕੇ ਕਿਉਂ ਗਏ ਸੀ ਬਟਾਲੇ? ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜਾ ਸਕਦਾ, ਪੁੱਛਿਆ ਜਾ ਸਕਦਾ ਗੁਰੂ ਅਰਜਨ ਸਾਹਿਬ ਨੂੰ, ਮੌ ਪਿੰਡ ਤੁਸੀਂ ਬਰਾਤ ਲੈ ਕੇ ਕਿਉਂ ਗਏ ਸੀਗੇ ਮਾਤਾ ਗੰਗਾ ਨੂੰ, ਖਾਸ ਕਰਕੇ ਸਾਡੇ ਗੁਰੂ ਮਾਤਾ, ਉਹਨਾਂ ਨੂੰ ਵਿਆਹੁਣ ਵਾਸਤੇ ਆਪਣੇ ਮਹਿਲਾਂ ਨੂੰ, ਦੱਸੋ। ਇਹ ਤੇ ਅਵਰ ਕਾਜ ਹੋ ਗਏ ਨਾ। ਤੁਸੀਂ ਔਲਾਦਾਂ ਕਿਉਂ ਪੈਦਾ ਕੀਤੀਆਂ? ਤੁਸੀਂ ਔਲਾਦਾਂ ਦੇ ਸਾਹਾਂ 'ਚ ਸਾਹ ਕਿਉਂ ਲਏ? ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਪੋਰਿਆਂ ਪੋਰਿਆਂ ਜਵਾਨ ਹੁੰਦਾ ਕਿਉਂ ਵੇਖਿਆ ਤੁਸੀਂ? ਉਹਦੀ ਫਿਰ ਸ਼ਾਸਤਰ ਵਿਦਿਆ ਦਾ, ਉਹਦੀ ਸੰਸਾਰੀ ਵਿਦਿਆ ਦਾ, ਉਹਦੀ ਅਧਿਆਤਮੀ ਹਰ ਵਿਦਿਆ ਦਾ ਇੰਤਜ਼ਾਮ ਕੀਤਾ ਤੁਸੀਂ ਉਸ ਰੂਪ ਦੇ ਵਿੱਚ। ਇਹ ਸਾਰੇ ਕਾਰਜ ਅਵਰ ਕਾਜ, ਇਹ ਅਵਰ ਕਾਜ ਨਹੀਂ ਗਏ। ਇਹ ਤੇ ਲਾਈਫ ਵਾਸਤੇ ਇੱਕ ਜ਼ਰੂਰੀ ਹੈ, ਨੈਸੈਸਿਟੀ ਹੈ। ਅਦਰਵਾਈਜ਼ ਸਾਰੀ ਐਨਰਜੀ ਕਿੱਧਰ ਲੈ ਕੇ ਜਾਓਗੇ? ਹਾਲਾਂਕਿ ਗੁਰੂ ਸਾਹਿਬ ਮਾਨਵ ਕਲਿਆਣ ਹਿੱਤ ਕੰਮ ਕਰਦੇ, ਸਭ ਚੀਜ਼ਾਂ ਕਰਦੇ, ਉਹਨਾਂ ਕੋਲ ਤਾਂ ਇੱਕ ਪੂਰਾ ਸਮੁੰਦਰ ਆ ਜਿਹਦੇ 'ਚ ਉਹਨਾਂ ਨੇ ਸਾਰੀ ਆਪਣਾ ਕੰਟਰੀਬਿਊਸ਼ਨ ਪਾਉਣਾ, ਪਰ ਉਹਨਾਂ ਕਿਹਾ ਇਹਦੇ ਨਾਲ ਨਾਲ ਸਾਡਾ ਆਪਣਾ ਨਿੱਜ, ਉਹ ਵੀ ਸੰਸਾਰ ਨਾਲ ਜੁੜਨਾ ਚਾਹੀਦਾ, ਉਹਦੇ ਵਿੱਚ ਵੀ ਜ਼ਰੂਰ ਇਨਵੈਸਟ ਕਰੋ। ਪਰ ਹਾਂ, ਜਿਹੜੇ ਅਵਰ ਕਾਜ ਨੇ, ਉਹ ਅਵਰ ਕਾਜ ਇਹ ਨੇ ਕਿ ਬੰਦਾ ਵਹਿਮ ਪਾਲ ਲਵੇ ਕਿ ਮੈਂ ਕੁਝ ਕਰ ਰਿਹਾ। ਕੀ ਕਰ ਰਿਹਾ ਜੀ? ਮੈਂ ਕੁਝ ਕਰਮਕਾਂਡ ਕਰ ਰਿਹਾ, ਮੈਂ ਕੋਈ ਤੀਰਥਾਂ 'ਤੇ ਨਹਾਉਣ ਚਲਾ ਗਿਆ, ਮੈਂ ਕਿਤੇ ਪੂਰ ਤਾਪ ਪੁੱਠੇ ਲਟਕ ਕੇ ਜਿਹੜਾ ਭਗਤੀ ਕਰ ਰਿਹਾ, ਇਹੋ ਜਿਹੀਆਂ ਚੀਜ਼ਾਂ ਦੇ ਮਗਰ ਤੁਰ ਪਿਆ ਮੈਂ। ਇਹ ਨਹੀਂ ਗਾ। ਇੱਥੇ ਤੇ ਹੈ ਜੀਵਨ ਨੂੰ ਸਿੱਝਣਾ, ਜੀਣਾ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਸ ਸਾਰੇ ਦੇ ਵਿੱਚ ਜਾਣਾ। ਇਸ ਨੂੰ ਗੁਰੂ ਮਹਾਰਾਜ ਨੇ ਕਿਹਾ ਇਹਦਾ ਤਿਆਗ ਨਹੀਂ ਕਰਨਾ। ਉੱਥੇ ਹੋਇਆ ਇਹ ਐਨਰਜੀ ਸੀ, ਐਨਰਜੀ ਪੂਰ ਤਾਪ ਗੇਰੀ ਕੇ ਬਸਤਰਾ, ਗੇਰੂਏ ਪਾ ਲਏ, ਸ਼ੈਫਰੋਨ ਕਲਰ ਜਿਹਨੂੰ ਅਸੀਂ ਕਹਿੰਦੇ ਹਾਂ, ਭਗਵਾ ਰੰਗ, ਭਗਵੇ ਪਾ ਕੇ ਤੁਰ ਪਿਆ ਬੰਦਾ। ਕਹਿੰਦਾ ਤਿਆਗੀ ਹੋ ਗਏ, ਭਗਵਾ ਰੰਗ ਤਿਆਗ ਦਾ ਮੰਨਿਆ ਜਾਂਦਾ ਸੀ। ਸੋ ਇਸ ਤਰੀਕੇ ਨਾਲ ਤੇ ਮਹਾਰਾਜ ਦੀ ਬਾਣੀ ਨੂੰ ਪੁੱਛੇ, ਮਹਾਰਾਜ ਵੀ ਤਿਆਗੀ ਤੇ ਹੈ ਨੇ ਨਾ। ਸੰਸਾਰ ਦੇ ਵਿੱਚ ਬੰਦਾ 2 ਦਿਨ ਲਈ ਘਰ ਨਹੀਂ ਛੱਡ ਸਕਦਾ। ਜੇ ਕਿਤੇ ਸਪੋਜ਼ ਕਰੋ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਕੁਝ ਲੋਕ ਡਿਫਰੈਂਟ ਸਿਟੀਜ਼ ਦੇ ਵਿੱਚ, ਕੰਟਰੀਜ਼ ਦੇ ਵਿੱਚ ਕਿਤੇ ਸਟਕ ਹੋ ਗਏ, ਉਹਨਾਂ ਦੇ ਦੂਸਰੇ ਜਿਹੜੇ ਘਰ-ਬਾਰ ਜਾਂ ਬੱਚੇ ਜਾਂ ਪਰਿਵਾਰ ਦੂਰ ਰਹਿ ਗਿਆ, ਪੂਰੀ ਐਫਰਟ ਪਾ ਰਹੇ ਸੀ ਆਉਣ ਵਾਸਤੇ, ਆ ਗਏ, ਜਿਹੜੇ ਨਹੀਂ ਆਏ ਅਜੇ ਵੀ ਯਤਨਸ਼ੀਲ ਨੇ ਕਿ ਜਿੱਡੀ ਜਲਦੀ ਹੋ ਸਕੇ, as soon as actually possible we should go home, we should actually spend our time with our beloved ones, with our family। ਇਸ ਕਿਸਮ ਦੀ ਬਾਤ ਹੁੰਦੀ ਹੈ। ਪਰ ਜਿੱਥੇ ਇਹ ਦੇਖਾਂਗੇ ਆਪਾਂ ਕਿ ਜਿਹੜਾ ਬੰਦਾ ਸੰਸਾਰ ਛੱਡ ਕੇ ਚਲਾ ਗਿਆ, ਉਹ ਪਿਆਰੇ ਸਨੇਹੀ ਸਭ ਘਰ-ਬਾਰ ਸਭ ਚੀਜ਼ਾਂ ਤਿਆਗ ਕੇ ਨਿਕਲ ਗਿਆ, ਤਿਆਗੀ ਤੇ ਹੈ ਨਾ।
महाराज जिक्र करते सच ये है, वो किसी वड्डे ब्रह्म ज्ञान वास्ते तो जरूर लगता होएगा चला सब कुछ, पर हकीकत है अपदा का मारिया ग्रह ते नसता। अपदा कहते रिस्पोंसिबिलिटी नूं, जिम्मेवारी नूं। अज स्टडीज़ आ रही ने साडे कोल कि नाउ ए डेज मॉडर्न जनरेशन प्रैफर्स पैट्स कंपैरेटिवली किड्स। बच्चियां दे मुकाबले वो जानवरां पालन नूं तरजीह देंदे ने। रीज़न बड़ा साफ है, क्योंकि जानवर जिहड़ा आ, एक तो ये हैगा कि जानवर दे उत्ते इन्वेस्टमेंट थोड़ी है, इमोशनली हुंदी है थोड़ी बहुत, बट सब तो वड्डी इन्वेस्टमेंट इमोशन दी हुंदी। तुसीं इमोशनली किसी चीज़ नाल अपने आप नूं इंगेज करने, इनवॉल्व हो जाते हो, तो कल्ला फिर उस लैवल ते नहीं, तुसीं अपना सब कुछ तन मन धन सब लाना शुरू कर देंगे भी ये मेरी, जिवें बंदा एक तरह दे नाल अपनी कमोडिटी बनाउण दी ट्राई करदे भी ये बना रहा मैं। तो जदों जिहड़ा जीवन आ वो अपना कुछ फाइबर नाल लैके आया, अपनी कुछ दुनिया नाल लैके आया, अपने ट्रेड्स नाल लैके आया, तो डेस्टिनी डेफिनेटली वो तो अपनी है, वो नाल लैके आ रहा। जो वो चीज़ नाल लैके तुरिया आ रहा है, तो फिर ਉਹਦੀ परसनैलिटी ਉਹਦਾ परसोना एक डिफरेंट एंगल तो तुहानूं नज़र आउंदा शुरू हुंदा, तुहाडे अंदर फ्रस्ट्रेशन पैदा हुंदी आ की बन रहा, ये तो ठीक नहीं गा। फिर इत्थे जाके बंदा अपने आप नूं सोचदा ओहो मैं दसो मैं की खट्टिया दे चों, मैं की प्राप्त किया। सो ये है वो सारी रिस्पोंसिबिलिटी जिम्मेवारी जिन्हों बंदा निभाउंदा सब कुछ करता है, तो जो सब कुछ सोचता है, जो एंटिसिपेशन होंदी है मन दे विच कि ओके वन डे आई एम गोना गेट दिस काइंड ऑफ रिटर्न फ्रॉम दीज रिलेशनशिप्स, फ्रॉम दीज इन्वेस्टमेंट्स, होंदा कि ओहो जिहा कुछ भी नहीं मिलता, बल्कि दुख मिलता, वेदन मिलती है, पीड़ा मिलती है, सफरिंग होंदी है। जो बंदा आले दुआले वेखदा है इहो जे माहौल, इहो जे पढ़न, इहो जे चीज़ों पढ़दा आ, फिर हिरदे च बात एकदम ये पैदा होंदी है कि जे दूजिया ने इहदे चों कुछ नहीं खट्टिया तो मैनू की मिलेगा, छड्डो परां, संसार ही त्याग दो, संसार ही। जिहड़ा राजयोगी भरथरी है, तुसीं इहनूं पढ़ के देखो, लिटरेचर दे इत्थों ही निकलिया हो। उन्हें कहा तो संसार चो की मिलेगा, कुछ भी नहीं। सो अपदा का मारिया, जिम्मेवारियां रिस्पोंसिबिलिटीज, इन्हां तो फिर नस जिहड़ा ग्रह ते नसता, ग्रह घर तो नस गया। जदों वो फकीर पुछदा गुरु हरगोबिंद साहब नूं, अच्छा बाबा नानक जी ने ते माया त्यागी थी? बाबा जी कहते बिल्कुल माया त्यागी थी। माया त्यागी थी मतलब वो पकड़ छड़ दी सी। ये मन के चले सीगे कि संसार आ, इस संसार दे विच जिन्हों असी आप जिन्हों कहा जाए कि अनसर्टनटी, दिस इज द नेचर ऑफ वर्ल्ड। ये संसार का असल कुदरत नेचर है, इसका सुभाव ही है। फिर कला ही नहीं, अनसर्टनटी कली इस लैवल पर नहीं हैगी, इत्थे होर बहुत सारिया पॉसिबिलिटीज़ ने। तुसी आम करके लिटरेचर कहा जाता है कि बोया पेड़ बबूल का आम कहाँ से हुए, जिन्होंने असी भगत फरीद जी के बचन जिस तरह पढ़ते हैं कि फरीदा लोड़ा दाख बिजूरियां, किकर बीजा जट हंडा उन कताएं दा पहनदा लोड़ा पट। पर कई बारी बंदे नूं इलिट्रेशन हुंदी है, उन्होंने सोझी नहीं हुंदी, उन्होंने पता ही नहीं मैं की बीज रहा। वो कई बार बीज रहा होंदा तो बीज के सोचता ये है मैं फुल बीज रहा, मैं गुलमोहर बीज रहा, मैं फलों के बिरख लगा रहा हाँ। जिमें जिमें वड्डे होंदे ने पता लगता ओह ये तो कंडियां दे जाल ने, असल दे विच ये तो कुछ भी नहीं इहो जिहा जो मैं सोचिया सीगा। सो सारे नूं वेख के फिर बंदे अंदर वेदन ते पीड़ा की इंतहा बनती है, दुख आउंदा है, आ की बन गया, आ की बीज लिया, ये तो वड्ढना ही औखा आ, ये नाल ते सिजना ही औखा आ। इहो जी बिरती बंदे च लगातार जोरावर होंदी तुरी लगी जाती हैगी। इत्थे जाके फिर बंदा कहंदा है कि ये जिहड़ी चीज़ आ ये आखिरकार क्यों मैं बीजी। तेनू वेख के बंदा डरदा भी हैगा। हुण गुरु ग्रंथ साहब भी बयान करदा है माया आ, इल्यूजन आ, तेरा भुलेखा आ। जिथे अज तक तुसीं संसार विच देखोगे, मैं उस दिन इसे हाज़री एक दिन बात कर रहे थे, मेरे सज्जन यूरोप तो मेरी उन्होंने बात हो रही थी कुछ रोज़ पहला, तो कहिंदे कि उन्होंने बेटा वड्डा जिहड़ा हैगा बच्चा उन्होंने वो एक्चुअली वो प्रिजन विच किसी सर्विस वास्ते गए सीगे, तो उन्होंने किसी उत्थे कुछ
ਪਾਰਟਿਸਪੇਸ਼ਨ ਕਰਨਾ ਸੀ ਤਾਂ ਉਹਨਾਂ ਨੇ ਫਾਰਮ ਭਰਵਾਉਣ ਲਈ ਕਿਹਾ ਤੇ ਫਾਰਮ ਭਰਿਆ ਉਹਨਾਂ ਨੇ। ਅਤੇ ਫਾਰਮ ਦੇ 'ਚ ਇਹ ਲਿਖਿਆ ਸੀਗਾ ਕਿ ਤੁਹਾਡਾ ਕੋਈ ਬਿਲਵਡ ਵਨ ਤੇ ਪ੍ਰਿਜ਼ਨ ਵਿੱਚ ਨਹੀਂ ਆਇਆ ਕਦੇ, ਉਹਦੇ ਬਾਰੇ ਲਿਖੋ, ਜਾਂ ਹੈ ਨਹੀਂ ਗਾ ਇਸ ਵਕਤ। ਉਹਨੇ ਫਿਰ ਇਨਫੋਰਮੇਸ਼ਨ ਦਿੱਤੀ ਕਿ ਯੈਸ ਮਾਈ ਸਨ ਐਕਚੁਅਲੀ ਹੈਵ ਸਪੈਂਡ ਸਮ ਟਾਈਮ ਓਵਰ ਹੇਅਰ ਇਨ ਦਿਸ ਪ੍ਰਿਜ਼ਨ, ਇਸ ਤਰੀਕੇ ਨਾਲ। ਅਤੇ ਜਦੋਂ ਇਨਫੋਰਮੇਸ਼ਨ ਗਈ ਅਤੇ ਉਹ ਇਨਫੋਰਮੇਸ਼ਨ ਪੜ੍ਹਨ ਤੋਂ ਬਾਅਦ ਉਹਨਾਂ ਕਿ ਕੋਈ ਗੱਲ ਨਹੀਂ। ਪਰ ਉੱਥੇ ਸਾਡਾ ਇੱਕ ਆਪਣੇ ਸੱਜਣ ਸੀਗਾ, ਉਹਨੇ ਪੜ੍ਹੀ ਅਤੇ ਪੜ੍ਹ ਕੇ ਬੜਾ ਹੈਰਾਨ ਹੋ ਕੇ ਅਤੇ ਕੋਲ ਆ ਕੇ ਉਹਨਾਂ ਨੂੰ ਪੁੱਛਦਾ ਹੈ, ਕਹਿੰਦਾ ਕਿ ਕੈਨ ਆਈ ਆਸਕ ਯੂ ਵਨ ਕੁਐਸਚਨ। ਉਹ ਕਹਿੰਦੇ ਜੀ ਦੱਸੋ। ਕਹਿੰਦਾ ਵੀ ਵਟ ਵੈਂਟ ਰੋਂਗ ਇਨ ਦਿਸ ਕਿਡਸ ਅਪਬ੍ਰਿੰਗਿੰਗ। ਸੋ ਇਹ ਇੱਥੇ ਪਹੁੰਚ ਗਿਆ, ਇਹ ਐਂਡ ਅਪ ਜੇਲ੍ਹ 'ਚ ਹੋਇਆ। ਕੀ ਗਲਤ ਕੀ ਹੋਇਆ? ਵੇਅਰ ਡਿਡ ਯੂ ਵੈਂਟ ਰੋਂਗ, ਵੇਅਰ ਡਿਡ ਯੂ ਐਕਚੁਅਲੀ ਗੋ ਰੋਂਗ ਵਿਦ ਦਿਸ ਕਿਡ। ਜਦੋਂ ਇਹ ਗੱਲ ਕਹੀ ਅਤੇ ਉਹ ਕਹਿੰਦੇ ਮੈਂ ਇੱਕ ਪਲ ਲਈ ਪੌਜ਼ ਲੈ ਕੇ ਮੈਂ ਕਿਹਾ ਹਾਂ, ਮੈਂ ਕਿਹਾ ਜਵਾਬ ਦੇਣਾ ਤੈਨੂੰ, ਪਰ ਮੈਂ ਹੁਣ ਸੋਚਦਾ ਹਾਂ ਬਾਬਾ ਪ੍ਰਿਥੀ ਚੰਦ ਬਾਰੇ ਗੁਰੂ ਰਾਮਦਾਸ ਸਾਹਿਬ ਨੂੰ ਵੀ ਲੋਕ ਪੁੱਛਦੇ ਹੋਣੇ ਨੇ, ਇਹ ਮੁੰਡੇ ਬਾਰੇ ਕੀ ਗਲਤ ਕਰ ਲਿਆ ਤੁਸੀਂ, ਇਹਨੂੰ ਕਿਉਂ ਨਹੀਂ ਠੀਕ ਪਾਲਿਆ? ਦੂਜੇ ਦੋ ਤਾਂ ਠੀਕ ਪਾਲ ਲਏ ਨੇ। ਹੁਣ ਜਿਹੜੀ ਆਹ ਚੀਜ਼ ਆ ਇਹਨੂੰ ਸਮਝੋ, ਇਹ ਸੰਸਾਰ ਆ। ਇੱਥੇ ਜ਼ਰੂਰੀ ਨਹੀਂ, ਕਈ ਵਾਰ ਬੰਦਾ ਪੂਰੀ ਐਫਰਟ ਪਾ ਕੇ ਵੀ ਬੀਜ ਸੋਚਦਾ ਮੈਂ ਅੰਬ ਦਾ ਹੀ ਬੀਜ ਰਿਹਾ ਵਾਂ, ਬਬੂਲ ਹੁੰਦਾ ਆ। ਮਦਰ ਨੇਚਰ ਦਾ ਲਾ ਕੁਝ ਇਸ ਕਿਸਮ ਦਾ ਆ, ਇਹ ਪੋਸੀਬਿਲਿਟੀ ਹੈ। ਫਿਰ ਬੰਦਾ ਕਹਿੰਦਾ ਨਾ 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 ਛੱਡੋ, ਤਿਆਗੋ, ਭੱਜੋ ਇੱਥੋਂ। ਗੁਰੂ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਨੇ ਇਲੂਜਨ ਛੱਡ ਦਿੱਤਾ ਹੈ, ਰਿਐਲਿਟੀ ਨੂੰ ਐਜ਼ ਇਟ ਇਜ਼ ਐਕਸੈਪਟ ਕੀਤਾ ਖੁੱਲੇ ਮਨ ਦੇ ਨਾਲ। ਕਿਆ ਆਪਣਾ ਯਤਨ ਪੂਰਾ 100% ਪਾਵਾਂਗੇ, ਬਾਕੀ ਜੋ ਕਰਤਾਰ ਨੂੰ ਪਾਵੇ। ਇਹ ਰਜ਼ਾ ਵਿੱਚ ਰਾਜ਼ੀ ਰਹਿਣਾ, ਹੁਕਮ ਰਜ਼ਾ ਹੀ ਚੱਲਣਾ। ਇੱਥੇ ਜਾ ਕੇ ਮਾਇਆ ਦਾ ਤਿਆਗ ਆ, ਸੰਸਾਰ ਦਾ ਤਿਆਗ ਨਹੀਂ ਆ। ਇੱਥੇ ਸੰਸਾਰ ਦੇ ਨਾਲ ਇੱਕ ਡਿਟੈਚਮੈਂਟ ਬਿਲਡ ਕੀਤੀ ਗਈ ਹੈ, ਰਿਨਾਊਂਸੀਏਸ਼ਨ ਨਹੀਂ ਹੋਈ। ਇਹ ਨਹੀਂ ਕਿਹਾ ਵੀ ਮੈਂ ਇਸ ਜਗਤ ਜਲੰਦੇ ਨੂੰ ਕੁਇਟ ਕਰ ਦਿੱਤਾ, ਤਿਆਗ ਕਰ ਦਿੱਤਾ ਪੂਰੀ ਤਰ੍ਹਾਂ ਨਾਲ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਨਾਨਕ ਜੀ ਨੇ ਮਾਇਆ ਤਿਆਗੀ ਥੀ, ਸੰਸਾਰ ਨਹੀਂ ਤਿਆਗਾ ਥਾ। ਉਹ ਫਕੀਰ ਸੁਣ ਕੇ ਗੱਲ ਨੂੰ ਕਹਿੰਦਾ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ। ਇਹ ਚੰਗੀ ਲੱਗਦੀ ਹੈ, ਇਹ ਵਧੀਆ ਲੱਗੀ ਹੈ, ਮੈਨੂੰ ਸਮਝ ਆ ਗਈ ਹੈ ਅਸਲ 'ਚ ਪ੍ਰਾਪਤੀ ਕੀ ਹੈ। ਹੁਣ ਇਹ ਰੂਪ ਆ। ਦੇਖੋ ਅਸੀਂ ਰਾਤ ਨੂੰ ਸੌਂਦੇ ਹਾਂ, ਆਹ ਸ਼ਬਦ ਜਿਹੜਾ ਆ ਰਿਹਾ ਨਾ ਮਹਾਰਾਜ ਜਿਹੜਾ ਬਿਆਨ ਕਰਨ ਲੱਗੇ ਨੇ, ਇਹ ਸੁਪਨਾ ਸੋਵਤ ਨਹੀਂ ਜਾਣਾ, ਅਚੇਤ ਵਿਵਸਥਾ ਮਹਿ ਲਪਟਾਨਾ ਰਹਾ। ਸੁੱਤੇ ਹਾਂ, ਸੁੱਤੇ ਪਏ ਨੂੰ ਸੁਪਨਾ ਆਉਂਦਾ ਹੈ, ਸੁਪਨੇ ਦੇ ਵਿੱਚ ਕੁਝ ਚੀਜ਼ ਵਾਪਰਦੀ ਹੈ, ਚੰਗੀ ਮਾੜੀ ਠੀਕ ਜਿਸ ਕਿਸਮ ਦੇ ਨਾਲ ਵੀ। ਤੇ ਬੰਦਾ ਸੁਪਨਾ ਉਖੜ ਜਾਂਦਾ ਆ, ਉਖੜ ਕੇ ਉਸੇ ਦੁਨੀਆ 'ਚ ਜੀਣ ਲੱਗ ਜਾਂਦਾ। ਜਦੋਂ ਇਹ ਜਿਹੜੀ ਹਾਲਤ ਆ, ਜਦੋਂ ਉਹਦੇ 'ਚ ਜੀਣ ਲੱਗ ਜਾਂਦਾ ਆ, ਫਿਰ ਮੰਨਣਾ ਪਏਗਾ ਬੰਦਾ ਕਮਲਾ ਹੋ ਗਿਆ ਆ। ਸੁਪਨਾ ਵੀ ਕਦੀ ਸੱਚ ਹੋਇਆ ਹੈਗਾ? ਸਹੀ ਰੂਪ ਵਿੱਚ ਦੇਖਿਆ ਜਾਏ ਨਾ ਤੇ ਇਹ ਸੰਸਾਰ ਜਿਹੜਾ ਹੈ ਸੁਪਨ ਮਨੋਰਥ ਆ। ਇਹਦੇ ਵਿੱਚ ਇਹ ਸਭ ਚੀਜ਼ਾਂ ਜਿਹੜੀਆਂ ਨੇ ਸੁਪਨੇ ਦੀ ਨੁਮਾਇੰਦੀ ਨੇ। ਹਾਂ, ਜਿੰਨਾ ਤੁਹਾਡਾ ਰੋਲ ਜੋ ਮਦਰ ਨੇਚਰ ਨੇ ਤੈਅ ਕੀਤਾ ਉਹ ਤੁਸੀਂ ਅਦਾ ਕਰਨਾ ਹੈ, ਬਾਕੀ ਕਰਤਾਰ ਤੇ ਛੱਡ ਦੇਣਾ ਹੈਗਾ। ਜਿਵੇਂ ਜਿਵੇਂ ਅਸੀਂ ਅੱਜ ਮਾਡਰਨ ਸਾਈਕੋਲੋਜੀ ਤੇ ਮਾਡਰਨ ਬਿਹੇਵੀਅਰ ਸਾਇੰਸਿਸ ਦੇ 'ਚ ਇਹ ਚੀਜ਼ਾਂ ਪੜ੍ਹਾ ਰਹੇ ਹਾਂ, ਸਮਝਾ ਰਹੇ ਹਾਂ, ਜਿਹਨਾਂ ਨੂੰ ਅਸੀਂ ਪੀਰੀਅਡ ਆਫ ਟ੍ਰਾਂਜ਼ੀਸ਼ਨਸ ਕਹਿੰਦੇ ਹੈਗੇ ਆ, ਟ੍ਰਾਂਜ਼ੀਸ਼ਨਲ ਪੀਰੀਅਡਸ। ਐਂਡ ਪੀਪਲ ਹੈਵ ਟੂ ਲਰਨ ਇਟ, people have to execute them, have to participate in that way as they actually try to teach। ਜੇ ਉਹਨੂੰ ਨਹੀਂ ਆਉਂਦਾ ਤੇ ਜਿਵੇਂ ਸਪੋਜ਼ ਕਰੋ ਬੱਚਾ ਪਹਿਲੇ 1 ਸਾਲ ਦੇ ਵਿੱਚ ਆ, ਜਦੋਂ ਅਜੇ ਉਹ ਚੰਗੀ ਤਰ੍ਹਾਂ ਰਿੜਦਾ ਨਹੀਂ, ਬੋਲਦਾ ਨਹੀਂ, ਉਹਨੂੰ ਹਰ ਚੀਜ਼ ਜਿਹੜੀ ਹੈਗੀ ਹੈ ਫੀਡ ਬੜੀ ਘੰਟੇ 2-2 ਘੰਟੇ ਬਾਅਦ ਕਰਨੀ ਪੈਂਦੀ ਹੈ। ਉਹਨੂੰ ਉਹਦੀ ਜਿਹੜੀ ਹੈਗੀ ਹੈ ਡਾਈਪਰ ਦੇ ਨਾਲ ਉਸ ਤਰੀਕੇ ਨਾਲ ਸਾਰਾ ਕੁਛ ਹੋ ਰਿਹਾ, ਉਹਦਾ ਰਾਤ ਨੂੰ ਜਾਗਣਾ ਪੈਟਰਨ ਸਾਰਾ ਕੁਛ ਇਸ ਤਰੀਕੇ ਨਾਲ। ਅਤੇ ਪੇਰੈਂਟਸ ਉਹਦੇ ਅਕੋਰਡਿੰਗਲੀ ਆਪਣੇ ਆਪ ਨੂੰ ਸੈੱਟ ਕਰ ਲੈਂਦੇ ਨੇ, ਫੈਮਿਲੀ ਸੈੱਟ ਕਰ ਲੈਂਦੀ ਹੈ। ਉਹ ਸਾਲ ਕ੍ਰੋਸ ਕਰ ਰਿਹਾ, ਸਾਲ ਕ੍ਰੋਸ ਕਰਨ ਤੋਂ ਬਾਅਦ ਕੀ ਹੈ, ਹੁਣ ਉਹਦੇ 'ਚ ਕਰੋਲਿੰਗ ਹੋ ਰਹੀ ਹੈ, ਉਹਦੇ 'ਚ ਥੋੜ੍ਹਾ ਫੂਡ ਦਾ ਹੋਰ ਚੀਜ਼ਾਂ ਆ ਰਹੀਆਂ ਨੇ। ਇੱਕ ਇਹ ਟ੍ਰਾਂਜ਼ੀਸ਼ਨਲ ਪੀਰੀਅਡ ਆ, ਤੁਸੀਂ ਆਪਣੇ ਆਪ ਨੂੰ ਚੇਂਜ ਕਰਨਾ। ਜੇ ਤੁਸੀਂ ਹੁਣ ਵੀ ਕਹੋ ਕਿ ਨਹੀਂ
ਇਹ 2 ਘੰਟੇ ਬਾਅਦ ਖਾ ਨਹੀਂ ਰਿਹਾ, ਅੱਗੇ ਤੇ ਖਾ ਰਿਹਾ ਸੀਗਾ, ਇਹਨੂੰ ਕੀ ਹੋਇਆ, ਠੀਕ ਨਹੀਂ ਹੈਗਾ। ਕਈ ਵਾਰ ਲੋਕ ਬਿਹੇਵ ਕਰਦੇ ਆ, ਨਾ ਨਾ ਨਾ, ਹੁਣ ਮੰਨੋ, ਹੁਣ ਭੁੱਖ 2 ਤੋਂ 4 ਘੰਟੇ ਤੇ ਚਲੀ ਗਈ ਹੈ। ਤੁਹਾਡੀ ਡਿਟੈਚਮੈਂਟ, ਉਹਨਾਂ ਟਾਈਮ ਇਨਵੈਸਟ ਨਹੀਂ ਕਰਨਾ, ਘੱਟ ਕਰਨਾ ਹੁਣ ਇਹਦੇ 'ਚ। ਇਨ ਬਿਨ ਜਦੋਂ 2 ਸਾਲ ਦਾ ਹੋ ਗਿਆ, ਜਦੋਂ 4 ਸਾਲ ਦਾ ਹੋ ਗਿਆ, 6 ਸਾਲ ਦਾ ਹੋ ਗਿਆ, 10 ਸਾਲ ਦਾ ਹੋ ਗਿਆ, ਪੀਰੀਅਡ ਆਫ ਟ੍ਰਾਂਜੀਸ਼ਨ, ਅਸੀਂ ਕਈ ਵਾਰੀ ਉਹਨੂੰ ਵੱਡਾ ਹੋਣ ਹੀ ਨਹੀਂ ਦਿੰਦੇ, ਅਸੀਂ ਉਹਦੇ ਆਲੇ ਦੁਆਲੇ। ਫਿਰ ਹੌਲੀ ਹੌਲੀ ਕਰਕੇ ਜਦੋਂ ਇੱਕ ਇੰਡੀਵਿਜੂਅਲ, ਅੱਜ ਤੇ ਜਿਹੜੀ ਹੈ ਐਡੋਲਸੈਂਸ ਏਜ 18 ਕਹੀ ਜਾਂਦੀ ਹੈ, ਬਟ ਜੇ ਅਸੀਂ ਪੁਰਾਣੇ ਗ੍ਰੰਥਾਂ ਵਗੈਰਾ 'ਚ ਪੜ੍ਹਦੇ ਹੈਗੇ ਹੋ ਤੇ ਉਹਨਾਂ ਦੇ ਵਿੱਚ 12 ਕਹੀ ਗਈ ਹੈ। 12 ਤੋਂ ਬਾਅਦ ਕਹਿੰਦੇ ਨੇ ਕਾਫੀ ਹੱਦ ਤੱਕ ਸਹੀ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਹੈਗਾ। ਉਸ ਵਕਤ ਸੁਸਾਇਟੀ ਦਾ ਰੰਗ ਵੀ ਹੋਰ ਸੀਗਾ। ਅੱਜ ਤੇ ਸੁਸਾਇਟੀ ਇਹ ਹੈ 18 ਛੱਡ ਕੇ ਅੱਜ ਤੱਕ ਕਹਿੰਦੇ ਨੇ ਵੀ ਨਿਊ 18 ਇਜ਼ 27। ਅੱਜ ਦੀ ਜਿਹੜੀ ਨਵੀਂ ਜਿਹੜੀ ਹੈ ਬਿਹੇਵੀਅਰ ਸਾਇੰਸ 'ਚ ਕਿਹਾ ਜਾ ਰਿਹਾ ਕਿ ਜਿਹੜਾ ਇਮੈਚਿਓਰ ਏਜ ਆ ਉਹ 18 ਨਾਲ 27 ਹੋ ਚੁੱਕੀ ਹੈ, ਜੇ ਹਾਲਤ ਬਣ ਚੁੱਕੀ ਹੈ। ਪਰ ਇਹ ਸੱਚ ਆ ਕਿ ਹੌਲੀ ਹੌਲੀ ਕਰਕੇ ਉਹਦੇ ਨਾਲ ਆਪਣੇ ਆਪ ਨੂੰ ਦੂਰੀ ਬਣਾਉਣੀ, ਫਿਰ ਉਸ ਆਪਣੇ ਇੱਕ ਬੇਬੀ ਦੀ ਤਰ੍ਹਾਂ, ਇੱਕ ਬੱਚੇ ਦੀ ਤਰ੍ਹਾਂ ਟਰੀਟ ਕਰਨ ਦੀ ਬਜਾਏ ਇੱਕ ਇੰਡੀਵਿਜੂਅਲ ਫੁੱਲ ਫਲੈਜ ਤਰ੍ਹਾਂ ਟਰੀਟ ਕਰਨਾ, ਇਹ ਚੀਜ਼ ਹੈ। ਫਿਰ ਇਨ ਸੰਸਾਰ, ਮਾਇਆ, ਸਰਮਾਇਆ, ਪੈਸਾ, ਦੌਲਤ, ਇਹਦੇ ਅਕੋਰਡਿੰਗਲੀ ਇਹਦੇ ਨਾਲ ਅਟੈਚਮੈਂਟ ਵੀ ਇਸੇ ਕਿਸਮ ਦੀ ਹੋਣੀ ਚਾਹੀਦੀ ਹੈ। ਜਿਵੇਂ ਜਿਵੇਂ ਉਮਰ ਦਰਾਜ਼ ਹੋ ਰਿਹਾ, ਬੰਦਾ ਆਪਣੀ ਰਿਸਪੋਂਸੀਬਿਲਿਟੀ ਸਭ ਚੀਜ਼ਾਂ ਨੂੰ ਉਸ ਤਰੀਕੇ ਨਾਲ ਛੱਡ ਕੇ ਤੇ ਆਪਣਾ ਜੀਵਨ ਦਾ ਮਿਸ਼ਨ, ਜਿਹੜਾ ਇਰਾਦਾ ਸਹੀ ਪਾਸੇ ਨੂੰ ਲਾਉਣਾ ਸ਼ੁਰੂ ਕਰ ਦੇ। ਇਹ ਹੈ ਉਸ ਸੁਪਨੇ ਨੂੰ ਸੁਪਨਾ ਵੇਖਦਿਆਂ ਹੋਇਆਂ ਹੌਲੀ ਹੌਲੀ ਉਹਦੇ ਨਾਲ ਸੋਚਣਾ ਕਿ ਹਾਂ ਇਹ ਉਨੀ ਦੇਰ ਸੀਗਾ, ਸੱਚ ਸੀਗਾ, ਹੁਣ ਆਹ ਸੱਚ ਹੈ ਕਿ ਮੈਂ ਉੱਠ ਰਿਹਾ ਹਾਂ, ਮੈਂ ਇਸ ਤੋਂ ਬਾਹਰ ਆ ਰਿਹਾ ਹਾਂ। ਗੁਰੂ ਬਾਬਾ ਜੀ ਨੇ ਤੇ ਜ਼ਿਕਰ ਕੀਤਾ, ਇਹ ਸੁਪਨਾ ਤੇ ਸੁਪਨਾ ਤੇ ਹੈ ਪਰ ਸੋਵਤ ਨਹੀਂ ਜਾਣੇ। ਜਿਹੜਾ ਸੁਪਨਾ ਜਾਗ ਵੀ ਖੁੱਲ ਗਈ ਹੈ ਪਰ ਫਿਰ ਸੁੱਤਾ ਹੀ ਹੈ, ਸੁੱਤਾ ਹੀ ਪਿਆ, ਉਹ ਅਜੇ ਵੀ ਉਸੇ ਦੁਨੀਆ ਜੀ ਰਿਹਾ, ਪਿਛਾ ਸੁਪਨੇ ਦੀ ਦੁਨੀਆ 'ਚ ਉਸ ਕਿਸਮ ਦੇ ਨਾਲ। ਇਹਦੇ ਉੱਤੇ ਬੜੀ ਸੋਹਣੀ ਇੱਕ ਕਹਾਣੀ ਲਿਖੀ ਸੀ ਆਚਾਰਿਆ ਨੇ। ਉਹ ਇੱਕ ਵਾਰੀ ਕਹਾਣੀ ਲਿਖਦਾ, ਕਹਿੰਦਾ ਕਿ ਕੋਈ ਕਿਸਾਨ ਆ ਅਤੇ ਰਾਤ ਨੂੰ ਸੁੱਤੇ ਪਏ ਨੂੰ ਸੁਪਨਾ ਆਉਂਦਾ ਹੈ, ਅਤੇ ਸੁਪਨੇ ਦੇ ਵਿੱਚ ਕੀ ਵੇਖਦਾ ਕਿ ਇੱਕ ਸੋਨੇ ਦੀ ਮੋਹਰਾਂ ਦੀ ਮਟਕੀ ਉਹਦੇ ਖੇਤ ਨਾਲ ਲੱਗਦੇ ਜੰਗਲ ਦੇ ਵਿੱਚ ਦੱਬੀ ਪਈ ਹੈ। ਅਤੇ ਐਗਜ਼ੈਕਟਲੀ ਸਵੇਰੇ ਉੱਠਦਾ ਅਤੇ ਜਲਦੀ ਜਲਦੀ ਭੱਜ ਕੇ ਜਾ ਕੇ ਅਤੇ ਉੱਥੇ ਉਹਨੂੰ ਪੱਟਦਾ ਉਸ ਜਗ੍ਹਾ ਨੂੰ, ਅਤੇ ਸੋਨੇ ਦੀ ਮਟਕੀ ਲੱਭ ਜਾਂਦੀ ਹੈ, ਮੋਹਰਾਂ ਦੀ ਭਰੀ ਹੋਈ। ਅੱਗੇ ਖੇਤ 'ਚ ਆਉਂਦਾ ਸੀਗਾ 100 ਵਾਰੀ 1000 ਵਾਰੀ, ਕੋਈ ਘਬਰਾਹਟ ਨਹੀਂ, ਕੋਈ ਡਰ ਨਹੀਂ, ਕੋਈ ਕਿਸੇ ਦਾ ਆਉਣਾ ਜਾਣਾ ਕੁਛ ਨਹੀਂ ਦਿਸਦਾ। ਹੁਣ ਕੀ ਹੈ, ਹੁਣ ਮੁਸੀਬਤ ਇਹ ਬਣ ਗਈ ਹੈ, ਹੁਣ ਆਲੇ ਦੁਆਲੇ ਵੇਖਦਾ, ਭੈ ਖਾਂਦਾ ਹੈ, ਡਰਦਾ ਹੈ ਵੀ ਪਤਾ ਨਹੀਂ ਕੋਈ ਵੇਖ ਤੇ ਨਹੀਂ ਰਿਹਾ ਮੈਨੂੰ, ਕੋਈ ਕਿਸੇ ਕਿਸਮ ਦੇ ਨਾਲ ਕੋਈ ਬਾਤ ਨਹੀਂ ਇਹੋ ਜਿਹੀ ਹੋ ਰਹੀ। ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਅਤੇ ਹੋ ਕਿਉਂ ਰਹੀਆਂ ਨੇ? ਕਿਉਂਕਿ ਹੁਣ ਲੱਗਦਾ ਕਿ ਮੇਰੀ ਕੋਈ ਦੌਲਤ ਨਾ ਖੋਲ ਜਾਏ। ਸੋਚਦਾ ਨੂੰ ਮੈਂ ਘਰ ਲੈ ਕੇ ਜਾਵਾਂਗਾ, ਪਰ ਰਸਤੇ 'ਚ 50 ਬੰਦੇ ਮਿਲਣਗੇ, ਪੁੱਛਣਗੇ, ਕੀ ਜਵਾਬ ਦੇਵਾਂਗਾ, ਕਿੱਥੋਂ ਇਹ ਮਟਕੀ ਲੈ ਕੇ ਆਇਆ। ਇਹ ਸਭ ਕਰਦਿਆਂ ਕਰਾਉਂਦਿਆਂ ਸੋਚਦਿਆਂ ਹੋਇਆਂ ਘਰ ਵਾਪਸ ਤੁਰ ਜਾਂਦਾ। ਸੋਚਦਾ ਰਾਤ ਨੂੰ ਉੱਠ ਕੇ ਆਵਾਂਗਾ ਜਦੋਂ ਕੋਈ ਨਹੀਂ ਵੇਖੇਗਾ। ਹੁਣ ਸਾਰੇ ਦਿਨ ਦਾ ਥੱਕਿਆ ਸੀਗਾ, ਕੰਮਕਾਰ ਕਰਦਿਆਂ, ਸਭ ਚੀਜ਼ਾਂ 'ਚ ਕਰਦਿਆਂ, ਕੁਛ ਸੋਚਾਂ ਦੇ ਮੰਡਲ ਜ਼ਿਆਦਾ ਰਹਿਣ ਕਰਕੇ। ਅਤੇ ਰਾਤ ਨੂੰ ਹੁਣ ਕੀ ਹੋਇਆ, ਰਾਤ ਨੂੰ ਉਹ ਜਦੋਂ ਸੁੱਤਾ ਤਾਂ ਸੋਚਿਆ ਜਦੋਂ ਅੱਖ ਖੁੱਲ੍ਹੇਗੀ ਉਦੋਂ ਜਾ ਕੇ ਲੈ ਕੇ ਆਵਾਂਗਾ। ਇਤਨੀ ਗਹਿਰੀ ਨੀਂਦ ਆ ਗਈ, ਦਿਨ ਚੜ੍ਹ ਗਿਆ, ਅੱਖਾਂ ਖੁੱਲ੍ਹੀਆਂ, ਪਤਾ ਲੱਗਾ ਦਿਨ ਚੜ੍ਹ ਗਿਆ ਕਿੰਨਾ, ਲੋਕ ਦੁਬਾਰਾ ਕੰਮਾਂ ਕਾਰ 'ਤੇ ਪਹੁੰਚ ਗਏ। ਓਹੋ ਦਾ ਨਹੀਂ ਲੱਗਾ। ਪਰ ਉਸੇ ਰਾਤ ਜਦੋਂ ਗਹਿਰੀ ਨੀਂਦ ਸੁੱਤਾ, ਉਸੇ ਰਾਤ ਇੱਕ ਸੁਪਨਾ ਹੋਰ ਆਉਂਦਾ। ਸੁਪਨਾ ਇਹ ਆਉਂਦਾ ਕਿ ਉਹ ਮਟਕੀ को ਪੱਟ ਕੇ ਲੈ ਗਿਆ। ਖੈਰ ਅਗਲੇ ਦਿਨ ਫਿਰ ਜਲਦੀ ਨਾਲ ਉੱਠ ਕੇ ਜਾਂਦਾ, ਦੁਬਾਰਾ ਫਿਰ ਭੱਜ ਕੇ ਉਸੇ ਖੇਤ ਦੇ ਜੰਗਲ ਵਿੱਚ ਜਾ ਕੇ ਦੁਬਾਰਾ ਫਿਰ ਪੱਟਦਾ ਉਸ ਜਗ੍ਹਾ ਨੂੰ, ਪੱਟਦਾ ਵੇਖਦਾ ਮਟਕੀ ਹੈ ਨਹੀਂ। ਓਹੋ ਆਹ ਕੀ ਬਣਿਆ। ਬੜਾ ਰੋਂਦਾ ਹੈ, ਬੜਾ ਇਸ ਕਿਸਮ ਦੇ ਨਾਲ ਕਲਪਦਾ ਹੈ। ਖੈਰ ਸਭ ਕਲਪਾਉਂਦਾ ਰੋਂਦਾ ਵਾਪਸ ਘਰ ਆਉਂਦਾ, ਅਤੇ ਵਾਈਫ ਵੇਖਦੀ ਹੈ, ਕਹਿੰਦੀ ਕੀ ਹੋਇਆ? ਕਹਿੰਦਾ ਬੜਾ ਨੁਕਸਾਨ ਹੋ ਗਿਆ। ਕਹਿੰਦੇ ਹੋਇਆ ਕੀ ਹੈ? ਕਹਿੰਦਾ ਕੱਲ੍ਹ ਰਾਤ ਸੁਪਨਾ ਆਇਆ ਸੀਗਾ, ਆਪਣੇ ਖੇਤਾਂ ਦੇ ਨਾਲ ਜੰਗਲ ਸੋਨੇ ਦੀ ਮਟਕੀ ਦਿਸੀ ਸੀ। ਕਹਿੰਦੀ ਫਿਰ? ਕਹਿੰਦਾ ਸਵੇਰੇ ਜਾ ਕੇ ਪੱਟਿਆ, ਮਟਕੀ ਸੀ ਉੱਥੇ। ਕਹਿੰਦੀ ਅੱਛਾ ਫਿਰ ਲੈ ਕੇ ਨਹੀਂ ਆਏ? ਕਹਿੰਦਾ ਡਰ ਲੱਗਦਾ ਸੀਗਾ, ਸੋਚਿਆ ਲੋਕ ਨਾ ਵੇਖ ਲੈਣਗੇ। ਫਿਰ ਹੋਇਆ ਕੀ? ਕਹਿੰਦਾ ਹੋਇਆ ਇਹ ਬੀਤੀ ਰਾਤ ਫਿਰ ਸੁਪਨਾ ਆਇਆ। ਕਾਹਦਾ? ਉਹ ਮਟਕੀ को ਪੱਟ ਕੇ ਲੈ ਗਿਆ। ਕਹਿੰਦੀ ਅੱਛਾ ਤੇ ਫਿਰ? ਕਹਿੰਦਾ ਸਵੇਰੇ ਗਿਆ ਤੇ ਮਟਕੀ ਵਾਕਿਆ 'ਚ ਪੱਟ ਕੇ ਲੈ ਗਿਆ। ਹੁਣ ਰੋਂਦਾ ਬਹਿ ਕੇ। ਤੇ ਉਹ ਕਹਿੰਦੀ ਹੈ ਜੀ ਕਿਉਂ ਨਹੀਂ ਸਮਝਦਾ, ਸਾਰਾ ਹੀ ਸੁਪਨਾ ਸੀਗਾ, ਉਹਦਾ ਵੇਖਣਾ, ਉਹਦਾ ਪੱਟ ਕੇ ਲਿਜਾਣਾ, ਸਭ ਕੁਝ। ਐਕਚੁਅਲ ਲੈਵਲ 'ਤੇ ਇਹ ਹੈ ਤੇ ਕਹਾਣੀ ਨੂੰਮਾ ਬਾਤ, ਪਰ ਰਿਐਲਿਟੀ ਇਹੀ ਹੈ। ਬੰਦੇ ਨੂੰ ਲੱਗਦਾ ਹੀ ਹੈ ਕਿ ਮੇਰਾ ਨੁਕਸਾਨ ਹੋ ਗਿਆ, ਮੇਰਾ ਫਾਇਦਾ ਹੋ ਗਿਆ, ਮੇਰਾ ਇਸ ਤਰੀਕੇ ਨਾਲ ਇੱਥੋਂ ਕੀ ਨਾਲ ਲੈ ਕੇ ਆਇਆ, ਕੀ ਲੈ ਕੇ ਜਾਣਾ। ਵਰਤਨ ਇਹ ਸੰਸਾਰ ਗੁਜਰਾਨ ਆ,
ਇੱਥੇ ਜੀਓ ਰਹੋ। ਜਿਵੇਂ ਸਪੋਜ਼ ਆ ਹੁਣ COVID-19 ਚੱਲ ਰਿਹਾ, ਪੀਪਲ ਆਰ ਡਿਸਕਸਿੰਗ ਅਬਾਊਟ ਰੀਸੈਸ਼ਨ ਐਂਡ ਆਲ ਦੀਸ ਥਿੰਗਸ। ਵਾਟ ਇਜ਼ ਰੀਸੈਸ਼ਨ? ਰੀਸੈਸ਼ਨ ਕੀ ਹੈ? ਹੁਣ ਜਿਹੜੀ ਚੀਜ਼ਾਂ ਦੀ ਵੈਲਿਊ ਤੈਅ ਕੀਤੀ, ਬੰਦੇ ਨੇ ਤੈਅ ਕੀਤੀ, ਹਵਾ 'ਚ ਹੀ ਸਾਰੀ। ਆਹ ਬਿਜ਼ਨਸ ਇੰਨੇ ਬਿਲੀਅਨ ਦਾ, ਬਿਜ਼ਨਸ ਇੰਨੇ ਮਿਲੀਅਨ ਦਾ, ਆਹ ਸਟਾਕ ਇੰਨੇ ਟ੍ਰਿਲੀਅਨ ਦਾ। ਇਸ ਤਰੀਕੇ ਦੇ ਨਾਲ ਜਦੋਂ ਉਸ ਤਰੀਕੇ ਦੀ ਥੋੜ੍ਹੀ ਜਿਹੀ ਬਾਤ ਹੋਏਗੀ, ਹਵਾ 'ਚ ਨਿਕਲ ਜਾਏਗੀ ਜਿਵੇਂ ਗੁਬਾਰੇ 'ਚੋਂ ਨਿਕਲਦੀ ਹੈ। ਉਹ ਜਿਹੜਾ ਸਾਰਾ ਕੁਝ ਇਸ ਤਰੀਕੇ ਨਾਲ ਇਨਫਲੇਟਡ ਹੋਇਆ ਸੀਗਾ, ਉਹ ਇੱਕਦਮ ਜਿਹੜਾ ਸਕਵੀਜ਼ ਹੋਏਗਾ, ਬੰਦਾ ਕਹੇਗਾ ਕਿ ਐਕਚੁਅਲ ਲੈਵਲ 'ਤੇ ਹਕੀਕਤ ਇਹ ਹੈ, ਦੋ ਪ੍ਰਸ਼ਾਦੇ ਛਕਣੇ ਨੇ। ਕਹਿੰਦੇ ਨੇ ਫੂਡ ਦੀ ਸਿਕਿਉਰਿਟੀ ਹੋਣੀ ਚਾਹੀਦੀ। ਇਸੇ ਕਰਕੇ ਸਾਡੇ ਘਰ ਲੰਗਰ ਨੂੰ ਪਹਿਲਾਂ ਤਰਜੀਹ ਦਿੱਤੀ ਗਈ। ਬੰਦੇ ਦੀ ਜਿਹੜੀ ਸਭ ਤੋਂ ਵੱਡੀ ਨੈਸੈਸਿਟੀ ਲੋੜ ਆ, ਉਹ ਹੈਗੀ ਹੈ ਕਿ ਉਹਨੂੰ ਸ਼ੈਲਟਰ ਮਿਲੇ, ਉਹਨੂੰ ਫੂਡ ਮਿਲੇ, ਦੈਟਸ ਇਟ। ਬਾਕੀ ਤੇ ਹੈ ਕਿ ਕਿਸੇ ਨੇ ਥੋੜੇ ਜ਼ਿਆਦਾ ਨਖਰੇ ਸ਼ਖਰੇ ਨਾਲ ਖਾ ਲਿਆ, ਕਿਸੇ ਨੇ ਥੋੜੇ ਘੱਟ ਨਖਰੇ ਨਾਲ ਖਾ ਲਿਆ। ਖਾਣਾ ਤੇ ਪ੍ਰਸ਼ਾਦਾ ਹੀ ਹੁੰਦਾ ਹੈ। ਕੋਈ ਬਹੁਤ ਕੀਮਤੀ ਜਿਹੜਾ ਹੈਗਾ ਟੇਬਲ ਤੇ ਡਾਈਨਿੰਗ ਸੈੱਟ ਦੇ ਵਿੱਚ ਬੈਠ ਕੇ ਖਾ ਲੈਂਦਾ, ਕੁਝ ਥੋੜੇ ਜਿਹੇ ਘੱਟ ਜਿਹੜਾ ਹੈਗਾ ਐਕਸਪੈਂਸਿਵ ਵਿੱਚ ਖਾ ਲੈਂਦਾ ਹੈਗਾ। ਬੰਦੇ ਨੇ ਤੇ ਇੱਧਰੋਂ ਸੱਜੇ ਖੱਬੇ ਜਾਣਾ ਹੈ। ਸਪੋਜ਼ ਕਰੋ ਪਲੇਨ 'ਚ ਜਾ ਰਹੇ ਹੋ, ਸੇਮ ਪਲੇਨ ਆ, ਸੇਮ ਕਿਸਮ ਦੀ ਵੈਦਰ ਟਰਬੂਲੈਂਸ ਆ ਰਹੀ ਹੈ, ਸਾਰਾ ਕੁਝ ਸੇਮ ਸਟਾਫ ਹੈ। ਹਾਂ, ਕੁਝ ਲੋਕ ਜਿਹੜੇ ਥੋੜੇ ਜ਼ਿਆਦਾ ਓਪਨ ਸਪੇਸ 'ਚ ਬੈਠੇ ਨੇ, ਕੁਝ ਥੋੜੇ ਘੱਟ ਸਪੇਸ 'ਚ ਬੈਠੇ ਨੇ। ਇੰਨਾ ਕੀ ਫਰਕ ਹੈ? ਇਹ ਐਕਚੁਅਲ ਸੰਸਾਰ ਦੀ ਇਹ ਹਕੀਕਤ ਆ। ਜਿਹਨੂੰ ਇਹ ਚੀਜ਼ ਸਮਝ ਆ ਗਈ ਕਿ ਇਹ ਜਿਹੜਾ ਜਗਤ ਆ, ਇਹਦੇ 'ਚ ਆਪਣਾ ਕੰਟਰੀਬਿਊਸ਼ਨ ਪਾਈਏ, ਯੋਗਦਾਨ ਪਾਈਏ, ਆਪਣਾ ਕਰਮ ਕਰੀਏ, ਤੇ ਫਿਰ ਇਹਦੇ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਬਿਲਡ ਨਾ ਕਰੀਏ। ਇਹਨੂੰ ਮਹਾਰਾਜ ਨੇ ਬਿਆਨ ਕੀਤਾ ਹੈਗਾ, ਇਹ ਸੁਪਨਾ ਸੋਬਤ ਨਹੀਂ ਜਾਣਾ ਹੈ, ਅਚੇਤ ਵਿਵਸਥਾ ਮਹਿ ਲਪਟਾਨਾ ਹੈ। ਤੇ ਅਚੇਤ ਵਿਵਸਥਾ ਮਤਲਬ, ਅਚੇਤ ਦਾ ਮਤਲਬ ਹੀ ਹੁੰਦਾ ਆ ਅਨਅਵੇਅਰ, ਜਿਹੜਾ ਬੰਦਾ ਅਵੇਅਰ ਨਹੀਂ ਹੈਗਾ, ਜਿਹੜਾ ਬੰਦਾ ਕਾਈਂਡ ਆਫ ਜਿਹੜਾ ਹੈਗਾ, ਜਿਹਨੂੰ ਕਿਹਾ ਜਾਏ ਕਿ ਜਿਹਨੂੰ ਮੈਂ ਕਿਹਾ ਸੀ ਇਲੀਟਰੇਟ ਹੈ, ਜਿਹਨੂੰ ਸੋਝੀ ਨਹੀਂ ਹੈਗੀ। ਅਚੇਤ ਵਿਵਸਥਾ, ਉਹਦੀ ਵਿਵਸਥਾ, ਸਟੇਟ ਆਫ ਮਾਈਂਡ ਮੈਂ ਲਪਟਾਨਾ, ਇਸ ਤਰੀਕੇ ਨਾਲ ਲਪਟਿਆ ਰਹਾ ਹੋ। ਸ਼ੁਰੂਆਤੀ ਪਤਾ ਕਵਨ ਕਾਜ ਮਾਇਆ ਵਡਿਆਈ। ਕਵਨ ਕਾਜ ਮਾਇਆ ਵਡਿਆਈ ਸਾਡੀ ਪੰਜਾਬੀ ਤਰਬੀਅਤ ਦੇ ਵਿੱਚ ਸ਼ੋਅ ਆਫ, ਵਿਖਾਵਾ। ਗੁਰੂ ਸਾਹਿਬ ਨੇ ਸਭ ਤੋਂ ਵੱਡੀ ਚੀਜ਼ ਜਿਹੜੀ ਬਖਸ਼ੀ, ਉਹ ਸੀ ਸਾਦਗੀ। ਹੁਣ ਸਾਦਗੀ ਦੇ ਵਿੱਚ ਅਸੀਂ ਸ਼ਬਦ ਪੜ੍ਹੀਏ, ਗੁਰੂ ਗ੍ਰੰਥ ਸਾਹਿਬ 'ਚ 2-4 ਸ਼ਬਦ ਅਸੀਂ ਦੇਖ ਲੈਂਦੇ ਹਾਂ। ਮਹਾਰਾਜ ਨੇ ਇਹ ਬਿਆਨ ਕੀਤਾ, ਹਾਂ ਜਿਹੜੀ ਸ਼ਾਹੀ ਸ਼ਾਨੋ ਕੌਸ ਸ਼ਾਨੋ ਸ਼ੌਕਤ ਆ, ਉਹ ਹੈਗੀ ਇਸ ਗੱਲ ਦੀ ਕਿ ਬਾਦਸ਼ਾਹਾਂ ਦੀ ਜਿਹੜੀ ਕੂੜ ਦੀ ਪੀਰੀ ਹੈ, ਇਹ ਕੂੜ ਦੀ ਮੀਰੀ ਹੈ, ਉਹਦੀ ਕੋਈ ਪਰਵਾਹ ਨਹੀਂ ਕਰਦਾ ਸਿੱਖ। ਇਹ ਗੁਰੂ ਸਾਹਿਬ ਨੇ ਜ਼ਰੂਰ ਸਿਖਾਇਆ। ਕਿਉਂਕਿ ਰੀਜ਼ਨ ਇਹ ਸੀਗਾ, ਜਿਹੜੇ ਉਹ ਤਖਤੋ ਤਾਊਸ ਲਾ ਕੇ ਬੈਠੇ ਲੋਕ ਸੀਗੇ ਉਸ ਫਿਊਡਲ ਸਿਸਟਮ ਦੇ ਵਿੱਚ, ਰਾਜੇ ਜਗੀਰਦਾਰ, ਰਾਜੇ ਰਜਵਾੜੇ, ਉਹਨਾਂ ਲੋਕਾਂ ਨੇ ਮਨੁੱਖਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾ ਲਿਆ ਸੀਗਾ। ਉਸ ਮਾਨਸਿਕ ਗੁਲਾਮੀ ਨੂੰ ਬਾਹਰ ਕੱਢਣ ਵਾਸਤੇ ਗੁਰੂ ਸਾਹਿਬ ਨੇ ਹੰਨੇ ਮੇਰੀ, ਭਾਵ ਮੇਰਾ ਸਿੱਖ ਪਾਤਸ਼ਾਹ ਦਾ ਜੀਵਨ ਜੀ ਰਿਹਾ ਹੈਗਾ, ਇਸ ਕਿਸਮ ਦੀ ਬਾਤ ਕੀਤੀ, ਉਸ ਲੈਵਲ 'ਤੇ ਲਿਆਂਦਾ। ਉਹ ਜਿਹੜੀ ਜੀਵਨ ਜੀਣ ਦੀ ਤਰਤੀਬ ਜਾਂ ਸਿੱਖਿਆ ਦਿੱਤੀ, ਉਹਦੇ 'ਚ ਸ਼ੋਅ ਆਫ ਨਹੀਂ, ਵਿਖਾਵਾ ਨਹੀਂ। ਬੰਦਾ ਇਹ ਨਹੀਂ ਕਿ ਮੈਂ ਦੂਜੇ ਜਗੀਰਦਾਰ ਨੂੰ ਮਾੜਾ ਕਹਿੰਦਾ ਤੇ ਆਪ ਜਗੀਰਦਾਰ ਬਣਨ ਵਾਸਤੇ ਯਤਨ ਕਰ ਰਿਹਾ। ਮਾਫੀ ਮੰਗਾਂਗਾ ਮੈਂ, ਆਪਾਂ ਸਿੱਖ ਰਿਆਸਤਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਫੂਲਕੀਆਂ ਰਿਆਸਤਾਂ। ਦੇਖੋ, ਜਿਸ ਚੀਜ਼ 'ਚੋਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀਗਾ, ਉਸੇ ਰਿਆਸਤੀ ਨਿਜ਼ਾਮ ਵਿੱਚੋਂ, ਜਿਹਦੇ 'ਚ ਜਗੀਰਦਾਰੀ ਸਿਸਟਮ ਸਾਹਿਬ ਦੇ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਤੋੜਿਆ, ਮਿਸਲਾਂ ਨੇ ਮੁੜ ਕੇ ਤੋੜਿਆ, ਉਹ ਸਭ ਚੀਜ਼ਾਂ ਲਿਆਂਦੀਆਂ, ਉਹਨੂੰ ਫਿਰ ਉਹਨਾਂ ਨੇ ਸਥਾਪਿਤ ਕੀਤਾ ਦੁਬਾਰਾ। ਹਾਲਾਂਕਿ ਅੰਗਰੇਜ਼ਾਂ ਨਾਲ ਉਹ ਸਾਰੀ ਸਾਂਝ ਪਾ ਕੇ ਉਹ ਸਭ ਚੀਜ਼ਾਂ ਦੇ ਅੰਦਰ ਆ ਕੇ। ਸੋ ਇਹ ਇਸ ਤਰੀਕੇ ਦਾ ਸਿੱਖੀ ਦਾ ਨੁਕਸਾਨ ਤੁਸੀਂ ਦੇਖੋਗੇ, ਇਸ ਲੈਵਲ 'ਤੇ ਤੁਹਾਨੂੰ ਸਮਝ ਆਵੇਗਾ। ਪਰ ਜਿਹੜੀ ਮੈਂ ਹੁਣ ਛੋਟੀ ਜਿਹੀ ਬੇਨਤੀ ਕਰਨ ਲੱਗਾ ਸੀਗਾ, ਉਹ ਹੈਗੀ ਹੈ ਕਿ ਬਾਣੀ ਕਹਿੰਦੀ ਕੌਣ ਵੱਡਾ ਮਾਇਆ ਵਡਿਆਈ। ਵੱਡੋਂ ਤਾਂ ਲੱਗਦਾ ਮਾਇਆ ਦੀ ਜੈਜਾਕਾਰ ਹੈ, ਉਹਦੇ ਮਗਰ ਹੀ ਲੋਕ ਉਸ ਸ਼ੋਅ ਆਫ ਕਰਨ ਦੀ, ਲੋਕ ਵਿਖਾਵੇ ਵਿੱਚ, ਲੋਕਾਚਾਰ ਵਿੱਚ ਰਹਿਣਾ। ਹਾਲਾਂਕਿ ਗੁਰਮਤਿ ਦਾ ਸਕੂਲ ਇਹ ਕਹਿੰਦਾ ਸਾਨੂੰ ਕਿ ਦੇਖ ਬੰਦੇ, ਇੱਕ ਚੀਜ਼ ਚੇਤੇ ਰੱਖੀ, ਫਰੀਦਾ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤੂੰ ਨਾ ਐਵੇਂ ਆਲੇ ਦੁਆਲੇ ਨੂੰ ਵੇਖ ਕੇ ਤੇ ਐਵੇਂ ਇਸ ਤਰੀਕੇ ਦੀ ਲਲਕ 'ਚ ਨਾ ਲੱਗ ਜਾਏ। ਸਹੀ ਰੂਪ ਵਿੱਚ ਸਾਦਗੀ ਦਾ ਜੀਵਨ ਬਤੀਤ ਕਰੇ। ਹਾਂ, ਕਮਾਈਆਂ ਕਰ, ਕਮਾਈਆਂ ਕਰਕੇ ਉਹਨਾਂ ਕਮਾਈਆਂ ਨਾਲ ਆਪਣਾ ਜੀਵਨ ਸੌਖਾ ਕਰ, ਆਲੇ ਦੁਆਲੇ ਦਾ ਜੀਵਨ ਸੌਖਾ ਕਰ, ਪਰ ਸ਼ੋਅ ਆਫ ਨਹੀਂ, ਵਿਖਾਵਾ ਨਹੀਂ। ਮੈਂ ਇਸ ਕਰਕੇ ਸਰਮਾਇਆ ਅਰਨ ਕਰਾਂ ਕਿ ਮੁੜ ਕੇ ਦੂਜਿਆਂ ਨੂੰ ਮੈਂ ਆਪਣਾ ਗੁਲਾਮ ਬਣਾਵਾਂ, ਉਹਨਾਂ 'ਤੇ ਪ੍ਰਭਾਵ ਪਾਵਾਂ, ਉਹਨਾਂ ਨੂੰ ਨੀਵਾਂ ਵਿਖਾਵਾਂ, ਹੀਨ ਭਾਵਨਾ, ਦੂਜਿਆਂ ਨਾਲੋਂ ਮੈਂ ਆਪਣੇ ਆਪ ਨੂੰ ਐਕਸਕਲੂਡ ਕਰਾਂ, ਇਨਕਲੂਡ ਕਰਨਾ ਮੇਰੇ 'ਚੋਂ ਚਲਾ ਜਾਏ। ਇਹ ਠੀਕ ਨਹੀਂ ਗਾ।
ਇੱਥੇ ਮਹਾਰਾਜ ਨੇ ਬਿਆਨ ਕੀਤਾ, ਮਹਾਰਾਜ ਕਹਿੰਦੇ ਕਵਨ ਕਾਜ ਮਾਇਆ ਵਡਿਆਈ। ਇਹੋ ਜੀ ਮਾਇਆ ਦੀ ਵਡਿਆਈ ਕਿਸ ਕਾਜ ਹੈ ਭਾਈ? ਇਸ ਕਿਸਮ ਦੀ ਦੁਨੀਆ 'ਚ ਕਿਉਂ ਗਵਾਚ ਰਿਹਾ ਹੈ ਤੂੰ? ਜਾਂ ਕੋ ਬਿਨਸਤ ਬਾਹਰ ਨਾ ਕਾਈ, ਜਾਂ ਕੋ ਬਿਨਸਤ ਦੇਰ, ਮਤਲਬ ਖਤਮ ਹੁੰਦੇ ਦੇਰ ਹੀ ਨਹੀਂ ਲੱਗਦੀ। ਮੈਂ ਜੇ ਹੁਣੇ ਬਾਤ ਕੀਤੀ 2008 ਦਾ ਰਿਸੈਸ਼ਨ ਆਪ ਨੂੰ ਯਾਦ ਹੋਏਗਾ, ਲੋਕੀ ਕਿਵੇਂ ਮਤਲਬ ਰਾਤੋਂ ਰਾਤ ਜਿਹੜਾ ਹੈਗਾ ਕਿਹੜੀ ਦੁਨੀਆ ਸਾਰੀ ਦੀ ਸਾਰੀ ਪਲਟ ਗਈ। ਅਤੇ ਹੁਣ ਵੀ ਤੁਸੀਂ ਦੇਖ ਸਕਦੇ ਹੈਗੇ ਹੋ, ਓਇਲ ਇੰਡਸਟਰੀ ਨੂੰ ਦੇਖੋ, ਹੋਰ ਇਹੋ ਜਿਹੀ ਇੰਡਸਟਰੀਜ਼ ਨੂੰ ਦੇਖੋ, ਸਟਾਕ ਲੈਵਲ ਦੇਖੋ, ਕੀ ਹਾਲਤ ਬਣ ਗਈ। ਲੋਕਾਂ ਦੇ ਮੂੰਹ ਲਟਕ ਗਏ ਵੀ ਆਹ ਕੀ ਬਣ ਗਿਆ ਓਵਰਨਾਈਟ ਇਸ ਤਰੀਕੇ ਨਾਲ। ਭਾਈ ਇਹ ਹੈ, ਇਹ ਬਿਨਸਦਿਆਂ ਇਹ ਜਿਹਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਹਾ ਕਿ ਬਾਰੂ ਭੀਤ ਬਨਾਈ ਰਚਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਇੱਥੇ ਬਚਨ ਆ ਸਭ ਕਹਿੰਦੇ ਕਵਨ ਕਾਜ ਮਾਇਆ ਵਡਿਆਈ, ਜਾਂ ਕੋ ਬਿਨਸਤ ਬਾਰ ਨਾ ਕਾਈ। ਉੱਥੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਭ ਜ਼ਿਕਰ ਕਰਦੇ ਕਿ ਬਾਰੂ ਭੀਂਤ ਬਨਾਈ ਰਚਪਚ, ਰੇਤੇ ਦੀ ਕੰਧ ਉਸਾਰੀ ਹੋ। ਹੁਣ ਰੇਤਾ ਜੇ ਉਹਦੇ 'ਚ ਮੋਇਸਚਰ ਹੈਗਾ, ਸਿੱਲਣ ਹੈਗੀ ਹੈ, ਅਤੇ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਥੱਪ ਕੇ ਉਹਨੂੰ ਜਸਟ ਜਿਹੜਾ ਇਸ ਤਰੀਕੇ ਨਾਲ ਗ੍ਰੈਬ ਕਰਕੇ ਇਕੱਠਾ ਕਰਕੇ ਅਤੇ ਉਹਨੂੰ ਰੱਖੋਗੇ ਇੱਕ ਦੂਜੇ ਦੇ ਉੱਤੇ ਤੋਦੇ ਬਣਾ ਕੇ, ਪੰਜਾਬੀ ਜਿਹਨੂੰ ਕਹਿੰਦੇ ਹਾਂ ਅਸੀਂ, ਅਤੇ ਉਹਦੀ ਕੰਧ ਵੀ ਬਣ ਜਾਏਗੀ। ਪਰ ਕਿੰਨੀ ਦੇਰ ਰਹੇਗੀ? ਜਿੰਨੀ ਦੇਰ ਤੱਕ ਉਹਦੇ 'ਚ ਮੋਇਸਚਰ ਆ। ਮਾੜੀ ਜੀ ਹਵਾ ਚੱਲੀ, ਧੁੱਪ ਲੱਗੀ, ਉਹ ਮੋਇਸਚਰ ਖਤਮ ਹੋਇਆ, ਉਹ ਰੇਤਾ ਕੰਧ ਤੋਂ ਢੇਰੀ ਬਣ ਜਾਏਗਾ ਇੱਕਦਮ। ਇਹ ਹੈ ਕਹਿੰਦੇ ਬਾਰੂ ਭੀਂਤ ਬਨਾਈ ਰਚਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ। ਇਹ ਮਾਇਆ ਦੇ ਸੁਖ ਇਸੇ ਤਰ੍ਹਾਂ ਹੈਗੇ ਨੇ। ਉਰਜੋ ਕਾਂ ਗਵਾਰੋ ਮੂਰਖ, ਇਹਦੇ 'ਚ ਕਿਉਂ ਗਵਾਚ ਰਿਹਾ ਆ? ਇਹਦੇ ਜੇ ਬੰਦੇ ਨੂੰ ਇਹੀ ਚੀਜ਼ਾਂ ਐਂਟਰਟੇਨ ਕਰ ਰਹੀਆਂ ਨੇ ਕਿ ਮੈਂ ਦੂਜਿਆਂ ਨਾਲੋਂ ਜ਼ਿਆਦਾ ਸ਼ੋਅ ਆਫ ਕਰ ਸਕਣਾ, ਵਿਖਾਵਾ ਕਰ ਸਕਣਾ, ਮੈਂ ਦੂਜਿਆਂ ਨਾਲੋਂ ਜ਼ਿਆਦਾ ਤਗੜਾ ਆ, ਇਹੀ ਫਿਊਡਲ ਸਿਸਟਮ ਸੀਗਾ। ਗੁਰੂ ਮਹਾਰਾਜ ਬਿਆਨ ਕਰਦੇ ਜਾਂ ਕੋ ਬਿਨਸਤ ਬਾਰ ਨਾ ਕਾਈ। ਅਗਲਾ ਬਚਨ ਲਿਖਿਆ ਹੈਗਾ ਮਹਾ ਮੋਹਿਓ ਗਾਵਾਰਾ, ਪਰ ਹੈ ਬੜਾ ਜ਼ੋਰਾਵਰ। ਮਹਾ ਮੋਹ, ਇਹਦੀ ਜਿਹੜੀ ਅਟਰੈਕਸ਼ਨ ਹੈਗੀ ਹੈ ਉਹ ਬੰਦੇ ਦੇ ਵੱਸ ਦੀ ਖੇਡ ਥੋੜ੍ਹਾ ਹੈਗੀ ਹੈ। ਬੰਦਾ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਖਿੱਚਿਆ ਜਾਂਦਾ ਉਸ ਤਰੀਕੇ ਦੇ ਨਾਲ, ਕਦੋਂ ਉਹਦੀ ਕਸ਼ਿਸ਼ ਦੇ ਵਿੱਚ ਚਲਾ ਜਾਂਦਾ ਹੈਗਾ। ਇਹ ਮਹਾ ਮੋਹ ਆ। ਮਹਾਰਾਜ ਬਿਆਨ ਕਰਦੇ ਮਹਾ ਮੋਹ ਮੋਹਿਓ ਗਾਵਾਰਾ। ਗਾਵਾਰਾ ਮੂਰਖ। ਆਪਣੇ ਆਪ ਨੂੰ ਪੜ੍ਹਾਉਣਾ ਪੈਂਦਾ ਹੈ, ਪੜ੍ਹਨਾ ਪੈਂਦਾ ਹੈ, ਪੜ੍ਹਿਆਂ ਦੀ ਸੰਗਤ ਕਰਨੀ ਪੈਂਦੀ। ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆਂ ਪਾਸ। ਆਲਾ ਦੁਆਲਾ ਜਿਵੇਂ ਪ੍ਰੇਰੇ, ਸੰਭਾਲੇ, ਇੰਸਪੀਰੇਸ਼ਨ ਦੇਵੇ, ਇਸ ਕਿਸਮ ਦੀ ਬਾਤ ਆਵੇ ਤਾਂ ਜਾ ਕੇ ਬੰਦੇ ਦੀ ਕੁਝ ਖਿਆਲ ਜਿਹੜੇ ਨੇ ਉਹ ਸੁਝਦੇ ਨੇ, ਉਹ ਸਿੱਝਦੇ ਨੇ, ਠੀਕ ਹੁੰਦੇ ਨੇ। ਅਦਰਵਾਈਜ਼ ਬੰਦਾ, ਹਕੀਕਤ ਇਹ ਹੈਗੀ ਹੈ ਕਿ ਮਹਾ ਮੋਹ ਮੋਹਿਓ ਗਾਵਾਰਾ, ਉਹ ਮਹਾ ਮੋਹ ਵਿੱਚ ਗਵਾਚ ਜਾਂਦਾ ਮੂਰਖ। ਉਹ ਸਹੀ ਰਾਹ ਦੀ ਬਜਾਏ ਗਲਤ ਰਾਹ ਵਾਲੇ ਪਾਸੇ ਭਟਕ ਪੈਂਦਾ, ਉਸ ਪਾਸੇ ਤੁਰ ਪੈਂਦਾ ਹੈਗਾ। ਸਭ ਜ਼ਿਕਰ ਕਰਦੇ ਪੇਖਤ ਪੇਖਤ ਊਠ ਸਿਧਾਰਾ, ਤੇ ਵਹਿੰਦਿਆਂ ਵਹਿੰਦਿਆਂ ਹੀ ਊਠ ਸਿਧਾਰਾ, ਮਤਲਬ ਉਜੜਦਾ ਬਾਗ ਆਪਣਾ ਵੇਖਦਿਆਂ ਵੇਖਦਿਆਂ ਤੋਂ ਤੁਰ ਪੈਂਦਾ ਉਸ ਸੰਸਾਰੀ ਰੂਪ ਦੇ ਵਿੱਚ, ਆਪਣਾ ਸਭ ਕੁਝ ਲੁਟਾ ਜਾਂਦਾ ਹੈ। ਊਚ ਤੇ ਊਚ ਤਾਂ ਕਾ ਦਰਬਾਰਾ, ਕਈ ਜੰਤ ਬਿਨਾ ਹੈ ਉਪਾਰਾ। ਜੇ ਵਾਕਿਆ 'ਚ ਹੀ ਕੋਈ ਉਚਾਈ ਵੇਖਣੀ ਹੈ, ਕੋਈ ਚੜ੍ਹਦੀ ਕਲਾ ਦਾ ਰੰਗ ਵੇਖਣਾ ਆ, ਜਾਂ ਕਿਸੇ ਚੀਜ਼ ਨਾਲ ਐਸੋਸੀਏਟ ਕਰਨਾ, ਆਪਣੇ ਆਪ ਨੂੰ ਜੋੜਨਾ ਹੈ ਕਿ ਮੇਰੀ ਵਡਿਆਈ ਕਿਸ ਰੂਪ ਵਿੱਚ ਹੋਏ, ਫਿਰ ਵਡਿਆਈ ਜੋੜ ਸ਼ੁਭ ਗੁਣਾਂ ਦੇ ਨਾਲ, ਰੱਬ ਜੀ ਦੇ ਜੀਵਨ ਦੇ ਨਾਲ। ਅਕਾਲ ਪੁਰਖ ਵਾਹਿਗੁਰੂ, ਮੈਂ ਉਹਦਾ ਬੱਚਾ ਆ, ਅਤੇ ਉਹ ਅਕਾਲ ਪੁਰਖ ਵਾਹਿਗੁਰੂ, ਉਹਦਾ ਸੰਸਾਰ ਕਦੀ ਬਿਨਸਦਾ, ਕਦੀ ਖਤਮ ਨਹੀਂ ਪੂਰੀ ਤਰ੍ਹਾਂ ਹੁੰਦਾ। ਉਹ ਤਾਂ ਹਮੇਸ਼ਾ ਵੱਧਦਾ ਆ, ਹਮੇਸ਼ਾ ਉਹ ਤਾਂ ਵਧਣ ਫੁੱਲਣ ਵਾਲਾ ਹੈ। ਉਹਨੂੰ ਗੁਰੂ ਮਹਾਰਾਜ ਨੇ ਬਿਆਨ ਕੀਤਾ ਹੈਗਾ। ਮਹਾਰਾਜ ਨੇ ਊਚ ਤੇ ਊਚ ਤਾਂ ਕਾ ਦਰਬਾਰ, ਉੱਚੇ ਤੋਂ ਉੱਚਾ ਉਹਦਾ ਦਰਬਾਰ ਹੁੰਦਾ ਜਾਂਦਾ ਹੈ। ਕਈ ਜੰਤ ਬਿਨਾ ਹੈ ਉਪਾਰਾ, ਜਿੱਥੇ ਉਹ ਪਤਾ ਨਹੀਂ ਕਿੰਨਿਆਂ ਨੂੰ ਬਿਨਸਦਾ ਪਰ ਕਿੰਨਿਆਂ ਨੂੰ ਅਪਾਉਂਦਾ ਆ। ਉਹ ਆਪਣੀ ਦੁਨੀਆ ਸਾਰੀ ਚਲਾ ਰਿਹਾ, ਉਹਦੇ ਨਾਲ ਐਸੋਸੀਏਸ਼ਨ ਬਣਾ, ਉਹ ਤੈਨੂੰ ਸੁੱਖ ਦੇਏਗੀ, ਉਹ ਮਾਨਸਿਕ ਤੌਰ 'ਤੇ ਸ਼ਾਂਤੀ ਦੇਏਗੀ ਤੈਨੂੰ। ਦੂਸਰ ਹੁਆ ਨਾ ਕੋ ਹੋਈ, ਨਾ ਤੇ ਉਹਦੇ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਏਗਾ। ਇੱਥੇ ਅਕਾਲ ਪੁਰਖ ਵਾਹਿਗੁਰੂ ਤੇ ਅਧਿਆਤਮੀ ਜੀਵਨ ਦਾ ਕੋਈ ਸਬਸਟੀਟਿਊਸ਼ਨ ਨਹੀਂ ਹੈਗਾ, ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ। ਮੇਨ ਕਿ ਜੋ ਅਧਿਆਤਮਕ ਤਲ 'ਤੇ, ਸਪਿਰਿਚੁਅਲ ਸਾਈਡ 'ਤੇ ਬੰਦਾ ਪੜ੍ਹ ਸੁਣ ਸਮਝ ਕੇ ਜਿਹੜਾ ਜੀਵਨ ਜੀ ਸਕਦਾ ਆ, ਉਹ ਸ਼ਾਇਦ ਕਿਤੋਂ ਹੋਰੋਂ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਮਹਾਰਾਜ ਨੇ ਕਿਹਾ ਦੂਸਰ ਹੋਵਾ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ। ਹੇ ਨਾਨਕ ਕਹਿ
आओ जपीए उस एक सूई नूं, एक असल नूं, एक अध्यात्मी उस शक्ति नूं ਜਿਹੜੀ ਸਾਡਾ ਸਭ ਦਾ ਕਲਿਆਣ ਕਰ ਸਕਦੀ, ਜਿਹੜੀ ਸਾਡੇ ਸਭ ਦਾ ਭਲਾ ਕਰ ਸਕਦੀ ਹੈਗੀ ਏ। ਸਾਹਿਬ ਮਿਹਰਾਮਤ ਕਰਨ, ਬਖਸ਼ਿਸ਼ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਕੋਵਿਡ-19 ਦੇ ਸਮੇਂ 'ਚੋਂ ਗੁਜ਼ਰ ਰਹੇ ਹੈਗੇ ਹਾਂ। ਰਿਐਲਿਟੀ ਤਾਂ ਸਾਡੇ ਸਾਹਮਣੇ ਹੀ ਹੈ। ਅਸੀਂ ਦੇਖਦੇ ਹਾਂ ਕਿ ਕਈ 100,000 ਲੋਕ ਜਿਹੜੇ ਨੇ ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਡਿਊ ਟੂ ਕੋਵਿਡ-19 ਨੂੰ ਆਪਣਾ ਜੀਵਨ ਦਾ ਸਫ਼ਰ ਮੁਕਾ ਗਏ ਨੇ। ਵੈਸੇ ਵੀ ਸੰਸਾਰ ਦਾ ਨਾਮ ਜਿਹੜਾ ਹੈਗਾ ਇੱਥੇ ਜਿਹੜੀ ਡੈਥ ਆ, ਜਿਹੜੀ ਮੋਰਟੈਲਿਟੀ ਅਸੈਂਸ਼ੀਅਲ ਆ, ਨੋ ਮਨ ਕੈਨ ਐਸਕੇਪ ਫਰੋਮ ਇਟ। ਅਤੇ ਇਸ ਕਰਕੇ ਹੁਣ ਇਸ ਚੀਜ਼ ਨੂੰ ਸਮਝਦੇ ਹੋਏ ਰੱਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਭਾਵ ਵਿੱਚ ਰਹੀਏ, ਜੀਵਨ ਐਸਾ ਜੀਏ ਜਿਹਦੇ 'ਚ ਇੱਥੇ ਰਹਿੰਦਿਆਂ ਹੋਇਆਂ ਇੱਕ ਤਿਆਗ ਦਾ ਭਾਵ ਅੰਦਰ ਬਰਕਰਾਰ ਰਹੇ। ਇਸ ਕਿਸਮ ਦੇ ਨਾਲ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਚਾਹਾਂਗਾ, ਭੁੱਲਾਂ ਗਲਤੀਆਂ ਨਾ ਤਾਰਨੀਆਂ। ਮਾਲਕ ਸਭ ਦਾ ਭਲਾ ਕਰੇ, ਸਭ ਨੂੰ ਜਿਹੜਾ ਹੈਗਾ ਤੌਫੀਕੀਅਤ ਬਖਸ਼ੇ। ਇਹ ਦਿਲੀ ਅਰਦਾਸ ਆ। ਕਹਿ ਦੇਣਾ ਜੀ ਵਾਹਿਗੁਰੂ।